ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਓ, ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਿਓਂ ਮੈਂ ਪਰਮਿੰਦਰ ਸਿੰਘ ਟਿਵਾਣਾ। ਜਿਸ ਤਰ੍ਹਾਂ ਪੰਜਾਬ ਦੇ ਪ੍ਰਵਾਸ ਦੀ ਗੱਲ ਹੋ ਰਹੀ ਹੈ, ਪੰਜਾਬ ਦੇ ਉੱਘੇ ਅਰਥ ਸ਼ਾਸਤਰੀ ਨੇ ਤਿੰਨ ਉਹਨਾਂ ਦੇ ਆਰਟੀਕਲਾਂ ਦੀ ਇੱਕ ਲੜੀ ਛਪੀ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚੋਂ। ਧੰਨਵਾਦ ਸਾਹਿਬ। ਪੰਜਾਬ ਦੀ ਆਰਥਿਕਤਾ, ਇਹਦਾ ਪਿਛੋਕੜ, ਵਰਤਮਾਨ ਤੇ ਭਵਿੱਖ। ਕੱਲ ਵੀ ਬਾਈ ਹਰਨੇਕ ਸਿੰਘ ਹੋਰਾਂ ਦਾ ਵੀ ਫੋਨ ਸੀ, ਹੋਰ ਵੀ ਕਈ ਵੀਰਾਂ ਦਾ, ਕਿ ਪੰਜਾਬ ਦੀ ਇਸ ਡਗਮਗਾਉਂਦੀ ਆਰਥਿਕਤਾ ਦਾ ਹੱਲ ਕੀ ਹੈ। ਇਹਦੇ ਬਾਰੇ ਇਹ ਆਰਟੀਕਲ ਹੈ। ਇਕਨੋਮਿਕਸ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਲਖਵਿੰਦਰ ਸਿੰਘ, ਪ੍ਰੋਫੈਸਰ ਸੁਖਵਿੰਦਰ ਸਿੰਘ ਤੇ ਪ੍ਰੋਫੈਸਰ ਕੇਸਰ ਸਿੰਘ ਭੰਗੂ ਹੋਰਾਂ ਦੀ ਇਹ ਲੜੀ ਚੱਲਦੀ ਹੈ, ਜਿਹੜੀ ਬੀਤੇ ਦਿਨ ਸ਼ੁਰੂ ਹੋਈ ਹੈ, ਬੁੱਧਵਾਰ ਤੋਂ, ਕੱਲ ਤੋਂ। ਇਸ ਦੇ ਵਿੱਚ ਜਿਹੜਾ ਦਿਖਾਇਆ ਗਿਆ ਪੰਜਾਬ ਦੀ ਇਕੋਨਮੀ ਦਾ ਪਿਛੋਕੜ ਕੀ ਹੈ ਜਿਹੜੀ ਡਿੱਗ ਰਹੀ ਹੈ, ਇਹਦਾ ਵਰਤਮਾਨ ਕੀ ਹੈ ਤੇ ਇਹਦਾ ਭਵਿੱਖ ਕੀ ਹੈ। ਬਹੁਤ ਸੁਣਨਯੋਗ ਗੱਲ ਹੈ, ਧਿਆਨ ਨਾਲ ਸੁਣੋ। ਥੋੜੀ ਦੇਰ ਮੈਂ ਕਾਲ ਨਹੀਂ ਲਵਾਂਗਾ। ਲਿਖਦੇ ਹੈ ਕਿ ਪੰਜਾਬ ਦੀ ਆਰਥਿਕਤਾ ਲੰਮੇ ਸਮੇਂ ਤੋਂ ਆਪਣੇ ਵਿਕਾਸ ਕਰਨ ਦੀ ਸਮਰੱਥਾ ਤੋਂ ਹੌਲੀ ਰਫ਼ਤਾਰ ਨਾਲ ਵਿਕਾਸ ਕਰ ਰਹੀ ਹੈ, ਜਾਣੀ ਸਲੋ ਤਰੱਕੀ ਹੋ ਰਹੀ ਹੈ। 20ਵੀਂ ਸਦੀ ਦੇ ਅੰਤ ਤੱਕ, ਜਾਣੀ ਕਿ ਸਾਲ 2000 ਤੱਕ, ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਇਹ ਦੇਸ਼ ਤੋਂ ਪਹਿਲੇ ਨੰਬਰ ਤੇ ਸੀ। ਸਾਲ 2000 ਤੱਕ, ਅੱਜ ਤੋਂ 23 ਸਾਲ ਪਹਿਲਾਂ, ਪੰਜਾਬ ਆਮਦਨ ਪੱਖੋਂ ਪਹਿਲੇ ਨੰਬਰ ਤੇ ਸੀ ਪੂਰੇ ਇੰਡੀਆ 'ਚੋਂ। ਪਿਛਲੇ 2 ਦਹਾਕਿਆਂ 'ਚ 20 ਸਾਲਾਂ ਬਾਅਦ ਆਰਥਿਕ ਵਿਕਾਸ ਤੋਂ ਬਾਅਦ ਹੁਣ ਪ੍ਰਮੁੱਖ ਸੂਬਿਆਂ 'ਚ ਪੰਜਾਬ 10ਵੇਂ ਸਥਾਨ ਨਾਲ ਪਿੱਛੇ ਰਹਿ ਗਿਆ, ਜਾਣੀ ਕਿ 20 ਸਾਲਾਂ 'ਚ ਪੰਜਾਬ 10 ਪੌੜੀਆਂ ਤੇ ਪਹੁੰਚ ਗਿਆ, ਜਿਹੜਾ ਪਰ ਹੈਡ ਆਮਦਨ ਦੇ ਵਿੱਚ ਸਭ ਤੋਂ ਮੋਹਰੀ ਸੀ। ਤੇ ਇਹ 20 ਸਾਲ 'ਚ ਪੰਜਾਬ ਆਰਥਿਕ ਪੱਖੋਂ 10ਵੇਂ ਨੰਬਰ ਤੇ ਰਹਿ ਗਿਆ, ਜਾਣੀ ਕਿ 9 ਸੂਬੇ ਪੰਜਾਬ ਤੋਂ ਮੋਹਰੀ ਹੋ ਗਏ ਨੇ 20 ਸਾਲਾਂ ਦੇ ਦੌਰਾਨ। ਮਨੁੱਖੀ ਵਿਕਾਸ ਸੂਚਕ ਅੰਕ ਅਤੇ ਬਹੁਪਰਤੀ ਗਰੀਬੀ ਸੂਚਕ ਅੰਕ ਦੇ ਤਾਜ਼ਾ ਅਨੁਮਾਨਾਂ ਦੇ ਮੁਤਾਬਕ ਪੰਜਾਬ ਪ੍ਰਮੁੱਖ ਸੂਬਿਆਂ ਦੇ ਵਿੱਚੋਂ ਕ੍ਰਮਵਾਰ ਤੀਜੇ ਅਤੇ 5ਵੇਂ ਸਥਾਨ ਤੇ ਹੈ, ਜਦੋਂ ਕਿ ਮਨੁੱਖੀ ਵਿਕਾਸ ਸੂਚਕ ਅੰਕ ਦੇ ਵਿੱਚ ਪੰਜਾਬ ਤੀਜੇ ਸਥਾਨ ਤੇ ਹੈ ਤੇ ਬਹੁਪਰਤੀ ਗਰੀਬੀ ਸੂਚਕ ਅੰਕ ਦੇ ਵਿੱਚ ਪੰਜਾਬ 5ਵੇਂ ਸਥਾਨ ਤੇ ਹੈ ਪੂਰੇ ਭਾਰਤ 'ਚੋਂ। ਪੰਜਾਬ ਦੀ ਆਰਥਿਕਤਾ ਨੇ 2015-16 ਤੋਂ 2022-23 ਦੇ ਸਮੇਂ ਦੇ ਦਰਮਿਆਨ, ਯਾਨੀ ਕਿ 15 ਤੋਂ 23 ਤੱਕ 7 ਸਾਲਾਂ ਦੇ ਸਮੇਂ ਦੇ ਦੌਰਾਨ, ਸਥਿਰ ਕੀਮਤਾਂ ਦੇ ਅਨੁਸਾਰ ਕੁੱਲ ਰਾਜ ਘਰੇਲੂ ਉਤਪਾਦ, ਜਿਹਨੂੰ GDP ਕਹਿੰਦੇ ਆਪਾਂ, ਉਸ GDP ਦੇ ਵਿੱਚ ਗ੍ਰੌਸ ਸਟੇਟ ਡੋਮੈਸਟਿਕ ਪ੍ਰੋਡਕਟ ਜਿਹਨੂੰ ਕਿਹਾ ਜਾਂਦਾ ਹੈ, ਕਿਸੇ ਵੀ ਸੂਬੇ ਅੰਦਰ ਆਮ ਕਰਕੇ 1 ਸਾਲ ਦੇ ਅੰਦਰ ਉਤਪਾਦਕ ਵਸਤਾਂ ਜਾਂ ਸੇਵਾਵਾਂ ਦੀ ਕੁੱਲ ਮਾਤਰਾ ਦਾ 4.7% ਵਿਕਾਸ ਦਰ ਹਾਸਲ ਕੀਤੀ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਆਰਥਿਕਤਾ ਤਾਂ ਵਧ ਰਹੀ ਹੈ, ਪਰ ਇਸ ਦੀ ਰਫ਼ਤਾਰ ਬਹੁਤ ਹੌਲੀ ਹੈ, ਸਲੋ ਗੇਰ ਹੈ, ਜਾਣੀ ਧੀਮੀ ਗਤੀ ਤੇ ਹੈ। ਤੇ ਇਸ ਦਾ ਮਤਲਬ ਹੈ ਕਿ ਰਫ਼ਤਾਰ ਬਹੁਤ ਹੌਲੀ ਹੈ ਪਰ ਥੋੜੀ ਵਧ ਰਹੀ ਹੈ। ਸਿੱਟੇ ਵਜੋਂ ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਕੌਮੀ ਔਸਤ ਦਰ ਨਾਲੋਂ, ਜਿਹੜੀ ਹੈ ਕੌਮੀ ਔਸਤ ਨਾਲੋਂ ਘੱਟ ਦਰ ਤੇ ਵਧੀ ਹੈ, ਜਾਣੀ ਕਿ ਦੇਸ਼ ਭਰ ਦੇ ਵਿੱਚ ਜਿਹੜੀ ਪ੍ਰਤੀ ਵਿਅਕਤੀ ਆਮਦਨ ਦੀ ਰਫ਼ਤਾਰ ਹੈ, ਉਸ ਦੇ ਨਾਲੋਂ ਪੰਜਾਬ ਦੀ ਆਮਦਨ ਦੀ ਵਧਣ ਦੀ ਰਫ਼ਤਾਰ ਸਲੋ ਹੈ 15 ਤੋਂ 23 ਤੱਕ। ਪੰਜਾਬ ਸਰਕਾਰ ਦੇ ਅਨੁਮਾਨਾਂ ਦੇ ਮੁਤਾਬਕ 2020 ਦੇ ਵਿੱਚ ਪੰਜਾਬ ਦੇ ਵਿੱਚ 2,23,207 ਨੌਜਵਾਨ ਬੇਰੁਜ਼ਗਾਰ ਸਨ, ਜਿਨ੍ਹਾਂ ਦੇ ਵਿੱਚੋਂ 31% ਪੜ੍ਹੇ ਲਿਖੇ ਹੁਨਰਮੰਦ ਬੇਰੁਜ਼ਗਾਰ ਸਨ ਤੇ ਬਾਕੀ ਪੜ੍ਹੇ ਲਿਖੇ ਗੈਰ ਹੁਨਰਮੰਦ ਸਨ। ਪੰਜਾਬ ਦੇ ਸੂਬੇ ਨੂੰ ਬਾਹਰ ਤੋਂ ਰੁਜ਼ਗਾਰ ਦੇ ਮੌਕੇ ਲੱਭਣੇ ਪੈ ਰਹੇ ਨੇ, ਸੂਬੇ ਤੋਂ ਬਾਹਰ। ਇਸ ਕਾਰਨ ਪੰਜਾਬ ਦੇ ਵਿੱਚ ਪੜ੍ਹੇ ਲਿਖਿਆਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਬਹੁਤ ਉੱਚੀ ਹੋਣਾ, ਨੌਕਰੀਆਂ ਕਰ ਰਹੇ ਨੌਜਵਾਨਾਂ ਦੇ ਵਿੱਚ ਨੌਕਰੀਆਂ ਦੀ ਮਾੜੀ ਕੁਆਲਿਟੀ, ਗੁਣਵੱਤਾ ਕਾਰਨ ਭਾਰੀ ਅਸੰਤੁਸ਼ਟੀ ਹੈ, ਜਾਣੀ ਕਿ 2020 ਤੱਕ ਪੰਜਾਬ ਦੇ ਵਿੱਚ 2,23,000 ਬੇਰੁਜ਼ਗਾਰ ਸਨ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਵੰਡ ਹੋਣ ਕਰਕੇ ਪੰਜਾਬ ਸਰਕਾਰ ਨੇ ਪੱਛਮੀ ਪੰਜਾਬ ਪਾਕਿਸਤਾਨ ਤੋਂ ਉੱਜੜ ਕੇ ਆਏ ਪੰਜਾਬੀਆਂ ਦੇ ਮੁੜ ਵਸੇਵੇਂ ਲਈ ਕਦਮ ਚੁੱਕੇ। ਪੰਜਾਬ ਦੇ ਪਿੰਡਾਂ ਕਸਬਿਆਂ ਦੇ ਵਿੱਚ ਖੇਤੀਬਾੜੀ ਲਈ ਜ਼ਮੀਨ ਦੀ ਤੇਜ਼ੀ ਨਾਲ ਵੰਡ ਤੇ ਮਕਾਨ ਉਸਾਰੀ ਲਈ ਨਵੇਂ ਉਦਮ ਹੋਏ। ਸਰਕਾਰ ਨੇ ਭੂਮੀ ਸੁਧਾਰ ਦੇ ਤਹਿਤ ਨਵੀਆਂ ਪਹਿਲ ਕਦਮੀਆਂ ਕੀਤੀਆਂ, ਜਿਵੇਂ ਕਿ ਪੰਜਾਬ ਰਾਜ ਅਤੇ ਅਸਲ ਕਾਸ਼ਤਕਾਰਾਂ ਦੇ ਦਰਮਿਆਨ ਵਿਚੋਲਗੀ ਖਤਮ ਕਰਨਾ, ਛੋਟੀਆਂ ਜ਼ਮੀਨੀ ਜੋਤਾਂ ਨੂੰ ਇਕੱਠਾ ਕਰਨਾ, ਜਿਹਨੂੰ ਮਰੱਬੇਬੰਦੀ ਕਹਿੰਦੇ ਆ, ਜੋਤਾਂ ਤੇ ਹੱਦਬੰਦੀ ਲਗਾਉਣਾ ਕਿ 17 ਏਕੜ ਸਟੈਂਡਰਡ ਏਕੜ, ਤੇ ਜ਼ਮੀਨ ਦਾ ਕਿਰਾਇਆ ਤੈਅ ਕਰਨ ਦੇ ਲਈ ਨਿਯਮਤ ਕਰਨਾ, ਕਿਰਾਏਦਾਰਾਂ ਨੂੰ ਸੁਰੱਖਿਆ ਮੁਹੱਈਆ ਕਰਨਾ, ਕਬਜ਼ਾਧਾਰੀ ਕਿਰਾਏਦਾਰਾਂ ਨੂੰ ਜਾਇਦਾਦ ਦੇ ਅਧਿਕਾਰ ਦੇਣਾ, ਮੁਜ਼ਾਹਰਾ ਲਹਿਰ ਜੋ ਹੋਈ। ਇਹ ਸਾਰੇ ਨੀਤੀਗਤ ਫੈਸਲਿਆਂ ਨੇ ਖੇਤੀਬਾੜੀ ਖੇਤਰ ਦੇ ਉਤਪਾਦਨ ਦੇ ਵਿੱਚ ਵਾਧੇ ਲਈ ਲੋੜੀਂਦੀ ਸਮਰੱਥਾ ਪੈਦਾ ਕੀਤੀ, ਜਾਣੀ ਪਾਕਿਸਤਾਨ ਤੋਂ ਉਜਾੜੇ ਤੋਂ ਬਾਅਦ ਇਹ ਭੂਮੀ ਸੁਧਾਰ ਪੰਜਾਬ 'ਚ ਕਈ ਸਾਰੇ ਹੋਏ, ਜੋ ਸਮੇਂ ਦੀ ਲੋੜ ਵੀ ਸੀ। ਇਹਦਾ ਕਾਫੀ ਹੱਦ ਤੱਕ ਫਾਇਦਾ ਵੀ ਹੋਇਆ। ਇਹ ਥੋੜੀ ਜੀ ਆਰਥਿਕਤਾ
ਦਾ ਵਿਕਾਸ ਹੈ ਥੋੜਾ ਜਿਹਾ ਆਪਾਂ ਰਿਵਿਊ ਵੀ ਕਰਾਂਗੇ। ਜਿਹੜੇ ਅੱਜ ਕੱਲ੍ਹ ਅੰਕੜੇ ਦਿਖਾਏ ਜਾ ਰਹੇ ਨੇ ਕਿ ਪੰਜਾਬ 'ਚ ਬੇਰੁਜ਼ਗਾਰੀ ਘਟ ਰਹੀ ਹੈ, ਅਸਲ ਦੇ ਵਿੱਚ ਪੰਜਾਬ ਪ੍ਰਵਾਸ ਕਰ ਰਿਹਾ। ਅੰਕੜਿਆਂ 'ਚ ਜਦੋਂ ਬੇਰੁਜ਼ਗਾਰ ਨਹੀਂ ਤੇ ਇਹਦਾ ਮਤਲਬ ਇਹ ਥੋੜੀ ਹੈ, ਪਰ ਜਿਵੇਂ 300 ਬੰਦਾ ਰੋਜ਼ ਜਹਾਜ਼ ਚੜ੍ਹ ਜਾਂਦਾ ਨਾ, ਉਹ ਵੀ ਸੋਚਣਾ ਹੋਏਗਾ। ਤਾਂ ਆਪਾਂ ਨਾਲ ਨਾਲ ਰਿਵਿਊ ਵੀ ਕਰਾਂਗੇ। ਇਹ ਜਿਹੜੇ ਨੇ ਅਰਥ ਸ਼ਾਸਤਰੀ ਲਿਖਦੇ ਨੇ ਕਿ ਇਸੇ ਤਰ੍ਹਾਂ ਨਹਿਰਾਂ, ਸਿੰਜਾਈ ਦੇ ਵਾਸਤੇ ਨਹਿਰਾਂ ਦਾ ਜਾਲ ਬਣਿਆ, ਪੇਂਡੂ ਬਿਜਲੀਕਰਨ, ਖੇਤੀਬਾੜੀ ਕਰਜ਼ੇ, ਮੰਡੀਆਂ ਬਣੀਆਂ ਅਨਾਜ ਪ੍ਰਣਾਲੀ ਦੇ ਵਾਸਤੇ, ਖੇਤੀਬਾੜੀ ਖੋਜ ਤੇ ਪ੍ਰਸਾਰ ਪ੍ਰਣਾਲੀ, ਪੇਂਡੂ ਖੇਤਰਾਂ ਦੇ ਵਿੱਚ ਸੜਕੀ ਜਾਲ ਵਿਕਸਿਤ ਹੋਏ। ਤੇ ਪੰਜਾਬ ਦੇ ਵਿੱਚ ਇਸ ਨੀਤੀ ਨੇ 1960 ਅਤੇ 1960 ਦੇ ਦਹਾਕਿਆਂ ਦੇ ਵਿੱਚ ਇਹਨਾਂ ਸਥਾਈ ਪ੍ਰਬੰਧਾਂ ਨੂੰ ਲਾਗੂ ਤੇ ਵਿਕਸਿਤ ਕਰਨ ਦੀ ਸਫਲਤਾ ਪ੍ਰਾਪਤ ਕੀਤੀ। ਇਸ ਤਰ੍ਹਾਂ ਪੰਜਾਬ ਦੀ ਆਰਥਿਕਤਾ ਦੇ ਸੰਤੁਲਨ ਵਿਕਾਸ ਲਈ ਸਰਕਾਰ ਨੇ ਉਦਯੋਗਿਕ ਟਾਊਨਸ਼ਿਪਾਂ ਦੀ ਸਥਾਪਨਾ ਕੀਤੀ। ਉਦਯੋਗਿਕ ਅਦਾਰਿਆਂ ਨੂੰ ਲੋੜੀਂਦੇ ਹੁਨਰਮੰਦ ਕਰਮਚਾਰੀਆਂ ਦੀ ਸਪਲਾਈ ਲਈ ਲੋੜੀਂਦੀਆਂ ਸਿੱਖਿਆ ਸੰਸਥਾਵਾਂ, ITI ਜਾਂ ਟ੍ਰੇਡ ਸੈਂਟਰ ਖੋਲ੍ਹੇ। ਕਿਰਤੀਆਂ ਦੀ ਵੱਧਦੀ ਗਤੀਸ਼ੀਲਤਾ ਨੂੰ ਪ੍ਰਾਪਤ ਕਰਨ ਲਈ ਵਿਦਿਅਕ ਅਤੇ ਸਿਹਤ ਸੰਭਾਲ ਪ੍ਰਣਾਲੀਆਂ ਸਥਾਪਿਤ ਹੋਈਆਂ। 1966 ਦੇ ਵਿੱਚ ਜਦੋਂ ਪੰਜਾਬ ਦਾ ਭਾਸ਼ਾ ਦੇ ਆਧਾਰ ਤੇ ਫਿਰ ਪੁਨਰਗਠਨ ਬਣਿਆ, ਪੰਜਾਬੀ ਸੂਬਾ ਬਣਿਆ, ਤਾਂ ਉਸ ਵਕਤ ਭਾਰਤ ਅਨਾਜ ਦੇ ਸੰਕਟ ਨਾਲ ਜੂਝ ਰਿਹਾ ਸੀ। ਪੰਜਾਬ ਨੇ ਇਸ ਚੁਣੌਤੀ ਨੂੰ ਸਹਿਜੇ ਹੀ ਸਵੀਕਾਰ ਕੀਤਾ। ਥੋੜੇ ਸਮੇਂ ਦੇ ਵਿੱਚ ਦੇਸ਼ ਨੂੰ ਅਨਾਜ ਦੇ ਵਿੱਚ ਆਤਮ ਨਿਰਭਰ ਬਣਾਇਆ, ਜਾਣੀ ਇੰਡੀਆ ਦੀ ਭੁੱਖ ਖਤਮ ਕੀਤੀ। ਹਰੀ ਕ੍ਰਾਂਤੀ ਨੇ ਨਾ ਸਿਰਫ ਦੇਸ਼ ਨੂੰ ਭੋਜਨ ਸੁਰੱਖਿਆ ਦਿੱਤੀ, ਬਲਕਿ ਕਈ ਆਰਥਿਕ, ਸਮਾਜਿਕ ਤੇ ਰਾਜਨੀਤਿਕ ਬਦਲਾਅ ਵੀ ਕੀਤੇ। ਦੋ ਫਸਲਾਂ ਭਾਵ ਕਣਕ ਅਤੇ ਚੌਲਾਂ ਦੇ ਵਿੱਚ ਵੱਧ ਰਹੀ ਖੇਤੀ ਉਤਪਾਦਕਤਾ ਨੇ ਇੱਕ ਪਾਸੇ ਰੁਜ਼ਗਾਰ, ਆਮਦਨ ਤੇ ਬੱਚਤ ਵਿੱਚ ਵਾਧਾ ਕੀਤਾ, ਦੂਜੇ ਪਾਸੇ ਖੇਤੀ ਨੂੰ ਵੰਨ ਸੁਵੰਨਤਾ ਤੇ ਦੋ ਫਸਲੀ ਖੇਤੀ 'ਚ ਬਦਲ ਦਿੱਤਾ। ਉਹੀ ਮਤਲਬ ਕਣਕ ਜੀਰੀ। ਇਹ ਵਿਸ਼ੇਸ਼ਤਾ ਲੰਮੇ ਸਮੇਂ ਤੱਕ ਕਾਇਮ ਰਹੀ ਤੇ ਪੰਜਾਬ ਕੇਂਦਰੀ ਪੂਰਲੀ ਕਣਕ ਅਤੇ ਚੌਲਾਂ ਦਾ ਇੱਕ ਥੋਕ ਉਤਪਾਦਕ ਬਣ ਗਿਆ। ਹਾਲਾਂਕਿ ਖੇਤੀਬਾੜੀ ਦੇ ਵਿਕਾਸ ਨੂੰ ਆਰਥਿਕ ਤੇ ਹੋਰ ਖੇਤਰਾਂ ਨੇ ਵੀ ਪ੍ਰਭਾਵਿਤ ਕੀਤਾ। ਉਦਯੋਗਿਕ ਵਿਕਾਸ, ਸੇਵਾ ਖੇਤਰ ਦੋਵਾਂ ਨੂੰ ਹੁਲਾਰਾ ਕੀਤਾ। ਇਸ ਨਾਲ ਸੂਬੇ ਦੇ ਵਿੱਚ ਗਰੀਬੀ ਨੂੰ ਹੋਰ ਭਾਰਤੀ ਸੂਬਿਆਂ ਦੇ ਮੁਕਾਬਲੇ ਗਰੀਬੀ ਘਟ ਗਈ। ਆਮਦਨ ਦੇ ਪੱਧਰ ਤੇ ਵਧਣ ਤੇ ਸਿੱਖਿਆ ਦੇ ਪ੍ਰਸਾਰ ਨੇ ਸਿਰਫ ਖੇਤੀਬਾੜੀ ਤੋਂ ਬਾਹਰ ਦੇ ਮੌਕੇ ਖੋਲ੍ਹੇ, ਸਗੋਂ ਉੱਪਰ ਗਤੀਸ਼ੀਲਤਾ ਨੂੰ ਵੀ ਉਤਪੰਨ ਕੀਤਾ। ਹਰੀ ਕ੍ਰਾਂਤੀ ਦੇ ਪਹਿਲੇ ਪੜਾਅ ਨੇ ਪੰਜਾਬ ਦੀ ਆਰਥਿਕਤਾ ਦੇ ਵਿੱਚ ਢਾਂਚਾਗਤ ਤਬਦੀਲੀਆਂ ਵੀ ਕੀਤੀਆਂ। ਪੰਜਾਬ ਦੇ ਵਿੱਚ ਖੇਤੀਬਾੜੀ ਦਾ ਹਿੱਸਾ 1966-67 ਦੇ ਵਿੱਚ 52.85% ਤੋਂ ਵੱਧ ਕੇ 1971 ਦੇ ਵਿੱਚ 54.27% ਹੋ ਗਿਆ। 1970 ਦੇ ਦਹਾਕੇ ਦੇ ਅੰਤ ਤੱਕ ਖੇਤੀਬਾੜੀ ਖੇਤਰ ਦੀ ਉਤਪਾਦਕਤਾ ਸਿਖਰ ਤੇ ਪਹੁੰਚ ਕੇ 1980 ਤੋਂ ਬਾਅਦ ਖੇਤੀਬਾੜੀ ਦਾ ਸੂਬੇ ਦੇ ਵਿੱਚ ਆਰਥਿਕਤਾ ਦੇ ਵਿੱਚ ਹਿੱਸਾ ਘਟਣਾ ਸ਼ੁਰੂ ਹੋ ਗਿਆ, ਕਿਉਂਕਿ ਉਦੋਂ ਅੱਤਵਾਦ ਦਾ ਦੌਰ ਸ਼ੁਰੂ ਹੋਇਆ। ਇਹ ਵੀ ਇੱਕ ਕਾਰਨ ਬਣਿਆ। ਉਦਾਹਰਨ ਦੇ ਤੌਰ ਤੇ 1960 ਅਤੇ 81 ਦੇ ਦਰਮਿਆਨ ਜੋ ਸਿਲਸਿਲਾ ਚੱਲਿਆ, 1980-81 ਦੇ ਵਿੱਚ ਇਹ ਹਿੱਸਾ ਟੋਟਲ ਜਾਣੀ ਕਿ ਪੰਜਾਬ ਦਾ ਖੇਤੀਬਾੜੀ ਹਿੱਸਾ 49% ਤੇ ਪਹੁੰਚ ਗਿਆ, ਘਟਿਆ, ਜਿਹੜਾ 1970 ਦੇ ਵਿੱਚ 54.27% ਸੀ। 70 ਤੱਕ ਜਾਣੀ ਕਿ ਕੇਂਦਰੀ ਪੂਲ ਦੇ ਵਿੱਚ ਪੰਜਾਬ ਦੀ ਖੇਤੀਬਾੜੀ ਦਾ ਹਿੱਸਾ 54% ਸੀ, ਜਿਹੜਾ 1980-81 ਚ 49.45% ਰਿਹਾ, ਅਤੇ ਰੁਜ਼ਗਾਰ 1981 ਦੇ ਵਿੱਚ 58% ਖੇਤੀਬਾੜੀ ਤੋਂ। ਸੂਬੇ ਦੀ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਦੇ ਦਰਮਿਆਨ ਆਪਸੀ ਸਬੰਧਾਂ ਦੀ ਘਾਟ, ਆਰਥਿਕਤਾ ਦੀ ਘਟਦੀ ਵਿਕਾਸ ਦਰ, ਖੇਤੀ ਉਤਪਾਦਕਤਾ ਦੇ ਵਿੱਚ ਖੜੋਤ, ਖੇਤੀ ਤੋਂ ਬਾਹਰ ਵਧੀਆ ਰੁਜ਼ਗਾਰ ਦੀ ਅਣਹੋਂਦ ਨੂੰ ਧਨੀ ਅਤੇ ਵੱਡੀ ਕਿਸਾਨੀ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ। ਇਸ ਵਕਤ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮਾਜਿਕ ਲਹਿਰਾਂ, ਖਾਸ ਕਰਕੇ ਖੱਬੇ ਪੱਖੀ ਝੁਕਾਅ ਨਾਲ ਉੱਭਰ ਰਹੀਆਂ ਸਨ, ਜਿਨ੍ਹਾਂ ਨੇ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੂੰ ਖਤਰੇ ਦੀ ਘੰਟੀ ਦਾ ਅਹਿਸਾਸ ਕਰਾਇਆ। ਖੱਬੇ ਪੱਖੀ ਲਹਿਰਾਂ ਨੇ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੇ ਆਰਥਿਕ ਵਿਕਾਸ ਦੇ ਮਾਡਲ ਤੋਂ ਉੱਭਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਆਰਥਿਕ ਮੁੱਦਿਆਂ ਨੂੰ ਧਾਰਮਿਕ ਮੁੱਦਿਆਂ ਦੇ ਵਿੱਚ ਬਦਲਣ ਲਈ ਜੋੜ-ਤੋੜ ਸ਼ੁਰੂ ਕਰ ਦਿੱਤੇ। ਇਹ ਮੁੱਦੇ ਖੇਤਰੀ ਤੇ ਕੌਮੀ ਦੋਵੇਂ ਤਰ੍ਹਾਂ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੀ ਸੋਚ ਅਤੇ ਸਿਆਸਤ ਤੇ ਭਾਰੂ ਹੋ ਗਏ। ਜਾਣੀ ਜਿਹੜੀ ਆਰਥਿਕ ਲੁੱਟ-ਖਸੁੱਟ ਦੇ ਖਿਲਾਫ ਜਿਸ ਤਰ੍ਹਾਂ ਮੁਜ਼ਾਹਰਾ ਲਹਿਰ ਉੱਠੀ ਜਾਂ ਉਹ ਉੱਠੀ, ਤੇ ਉੱਥੇ ਕਿਤੇ ਨਾ ਕਿਤੇ ਮਹਿਸੂਸ ਕੀਤਾ ਗਿਆ ਕਿ ਇਹ ਫਿਰ ਜਿਹੜਾ ਕਿਤੇ ਨਾ ਕਿਤੇ ਖਤਰਾ ਹੋ ਸਕਦਾ ਹੈ ਵੱਡੀਆਂ ਪਾਰਟੀਆਂ ਨੂੰ, ਜਿਹੜੇ ਵੱਡੇ ਅਮੀਰਦਾਰ ਸੀ, ਉਹਨਾਂ ਨੇ ਫਿਰ ਉਹ ਧਾਰਮਿਕ ਪੱਖ ਉਭਾਰਿਆ। ਜਾਣੀ ਫਿਰ 70 ਤੋਂ 80 ਦੇ ਦਹਾਕੇ 'ਚ ਜਿਹੜੀ ਇੱਕ ਕੋਝੀ ਗੇਮ ਚੱਲੀ, ਜਿਹੜੀ ਕਿ ਹਿਡਨ ਏਜੰਡਿਆਂ ਦੇ ਤਹਿਤ ਚੱਲੀ, ਉਹਦੇ 'ਚ ਖਾਸ ਕਰਕੇ ਕਾਂਗਰਸ ਤੇ BJP ਦੀ ਸਿਆਸਤ ਵੀ ਰਹੀ, ਜਿਸ ਦੇ ਵਿੱਚ ਪੰਜਾਬ ਵਰਤਿਆ ਗਿਆ। ਕਾਂਗਰਸ ਖਤਮ ਹੋਈ, BJP ਦਾ ਉਭਾਰ ਆਇਆ। ਇਸ ਦੇ ਲਈ ਵੀ ਪੰਜਾਬ ਨੂੰ ਸਿੱਖੀ ਨੂੰ ਟੋਲ ਬਣਾਇਆ ਗਿਆ।
ਇਹ ਰਿਵਿਊ ਹੈ ਇਸ ਆਰਟੀਕਲ ਤੋਂ ਬਾਹਰ ਦੀਆਂ ਕੁਝ ਚੀਜ਼ਾਂ ਨੇ, ਤੁਸੀਂ ਸ਼ਾਇਦ ਮੇਰੇ ਬੋਲਣ ਦੇ ਲਹਿਜੇ ਤੋਂ ਸਮਝ ਰਹੇ ਹੋ ਨਾਲ ਨਾਲ। ਖੈਰ ਲਿਖਦੇ ਨੇ ਇਹ ਤਿੰਨੋਂ ਹੀ ਅਰਥ ਸ਼ਾਸਤਰੀ ਕਿ ਸਿਆਸੀ ਪਾਰਟੀਆਂ ਤੇ ਨੇਤਾਵਾਂ ਨੇ ਆਰਥਿਕ ਵਿਕਾਸ ਦੇ ਮਾਡਲ ਤੋਂ ਉਭਰਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਨੇ ਆਰਥਿਕ ਮੁੱਦਿਆਂ ਨੂੰ ਧਾਰਮਿਕ ਮੁੱਦਿਆਂ ਦੇ ਵਿੱਚ ਬਦਲਣ ਲਈ ਜੋੜ-ਤੋੜ ਸ਼ੁਰੂ ਕੀਤੀ। ਇਹ ਮੁੱਦੇ ਖੇਤਰੀ ਤੇ ਕੌਮੀ ਦੋਵੇਂ ਤਰ੍ਹਾਂ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੀ ਸੋਚ ਅਤੇ ਸਿਆਸਤ ਤੇ ਭਾਰੂ ਹੋ ਗਏ। ਸਿੱਟੇ ਵਜੋਂ 1980 ਦੇ ਦਹਾਕੇ ਨੇ ਚੰਗੀ ਤਰ੍ਹਾਂ ਕੰਮ ਕਰਨ ਵਾਲੀਆਂ ਸਰਕਾਰੀ ਸੰਸਥਾਵਾਂ ਨੂੰ ਤਬਾਹ ਹੀ ਨਹੀਂ ਕੀਤਾ, ਸਗੋਂ ਪੰਜਾਬ ਦੇ ਸਮੁੱਚੇ ਵਿਕਾਸ ਦੇ ਏਜੰਡੇ ਨੂੰ ਪਟੜੀ ਤੋਂ ਲਾ ਦਿੱਤਾ। ਜਦੋਂ ਭਾਰਤ ਸਰਕਾਰ, ਤੁਸੀਂ ਵੇਖੋ ਕਿ ਇੱਕ ਪਾਸੇ 72-75 ਤੱਕ ਪੰਜਾਬ 54% ਹੋ ਗਿਆ ਖੇਤੀਬਾੜੀ ਦਾ ਹਿੱਸਾ ਪੰਜਾਬ ਦਾ, ਤੇ ਫਿਰ 80 ਚ ਇਹ 49% ਤੇ ਰਹਿ ਗਿਆ। ਗਿਰਾਵਟ ਕਿਵੇਂ ਆਈ? ਜਦੋਂ ਭਾਰਤ ਸਰਕਾਰ ਨੇ 1991 ਦੇ ਵਿੱਚ ਨਵੀਆਂ ਆਰਥਿਕ ਨੀਤੀਆਂ ਅਪਣਾਈਆਂ ਤਾਂ ਪੰਜਾਬ ਸ਼ਾਂਤੀ ਬਹਾਲੀ ਲਈ ਸੰਘਰਸ਼ ਕਰ ਰਿਹਾ ਸੀ ਕਿ ਇੱਥੇ ਸ਼ਾਂਤੀ ਆ ਜਾਵੇ। 80 ਤੋਂ 90 ਤੱਕ ਦੇ ਦਹਾਕੇ ਨੇ ਪੰਜਾਬ ਨੂੰ ਬਹੁਤ ਗਮ ਦਿੱਤਾ, ਪੰਜਾਬ ਨੂੰ ਬਹੁਤ ਪਿੱਛੇ ਧੱਕਿਆ। 1990 ਦੇ ਦਹਾਕੇ ਦੇ ਵਿੱਚ ਰਾਜਨੀਤਿਕ ਲੀਡਰਸ਼ਿਪ ਦੇ ਨਵੇਂ ਤਜਰਬੇ ਤੇ ਢੰਗ ਨੇ ਸ਼ਾਂਤੀ ਤੇ ਜਮਹੂਰੀ ਪ੍ਰਕਿਰਿਆਵਾਂ ਨੂੰ ਬਹਾਲ ਕੀਤਾ ਤਾਂ ਜੋ ਰਾਸ਼ਟਰ ਆਪਣੀਆਂ ਨੀਤੀਆਂ ਨੂੰ ਇਕਸੁਰ ਕਰ ਸਕੇ। ਪੰਜਾਬ ਦੀਆਂ ਰਾਜਨੀਤਿਕ ਲੀਡਰਸ਼ਿਪ ਨੇ ਕਾਫੀ ਚਲਾਕੀ ਨਾਲ ਨੌਕਰਸ਼ਾਹਾਂ ਨਾਲ ਸਾਂਝ ਪਿਆਲੀ ਬਣਾ ਕੇ ਆਮ ਵਾਂਗ ਕਾਰੋਬਾਰ ਚੱਲਦਾ ਦੀ ਨੀਤੀ ਤੇ ਚੱਲਣ ਲੱਗ ਪਏ ਕਿ ਚੱਲਦੀ ਹੈ, ਕੋਈ ਗੱਲ ਨਹੀਂ। ਸੋ ਰਾਜ ਯੋਜਨਾ ਬੋਰਡ ਤੋਂ ਲੈ ਕੇ ਸਥਾਨਕ ਪੱਧਰ ਤੱਕ ਸੰਸਥਾਈ ਢਾਂਚੇ ਦੀ ਕਾਰਜਕੁਸ਼ਲਤਾ ਬਹਾਲ ਕਰਨ ਦੀ ਬਜਾਏ ਉਹਨਾਂ ਨੂੰ ਸਿਹਤ ਅਤੇ ਸਿੱਖਿਆ ਦੇ ਖਰਚੇ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ। ਵੈਸੇ ਦੋਸਤੋ ਇਸ ਤਰ੍ਹਾਂ ਦੇ ਆਰਟੀਕਲ ਕਈ ਸੱਜਣਾਂ ਨੂੰ ਬੋਰ ਕਰਦੇ ਆ ਕਿਉਂਕਿ ਇਸ ਸਮਝਣ ਦੇ ਲਈ ਥੋੜੀ ਜਿਹੀ ਸੰਜੀਦਗੀ ਦੀ ਜ਼ਰੂਰਤ ਹੈ ਕਿ ਪੰਜਾਬ ਕਿਵੇਂ ਉੱਪਰ ਥੱਲੇ ਹੋਇਆ, ਕਿਵੇਂ ਇੱਥੇ ਆਮ ਲੋਕਾਂ ਦੀਆਂ ਜਿਹੜੀਆਂ ਜੱਦੋ-ਜਹਿਦ ਲਹਿਰਾਂ ਸੀ ਜਿਨ੍ਹਾਂ ਨੂੰ ਖੱਬੇ ਪੱਖੀ ਕਿਹਾ ਗਿਆ ਉਹਨਾਂ ਨੂੰ ਕਿਵੇਂ ਧਾਰਮਿਕ ਰੰਗਣ ਦੇ ਵਿੱਚ ਦਬਾਇਆ ਗਿਆ। ਜਿਹੜਾ ਇਹ ਖੱਬੇ ਪੱਖੀ ਲਹਿਰਾਂ ਵੀ ਉੱਠੀਆਂ, ਨਕਸਲਵਾਦ ਉੱਠਿਆ, ਮੁਜ਼ਾਹਰਾ ਲਹਿਰ ਉੱਠੀ, ਇਹ ਵੀ ਇੱਕ ਗਰੀਬੀ ਗੁਰਬਤ ਮਜਬੂਰੀਆਂ 'ਚ ਉੱਠਿਆ ਸੀ ਕਾਰਪੋਰੇਟ ਦੇ ਖਿਲਾਫ, ਤੇ ਉਸ ਦੀ ਜਗ੍ਹਾ ਫਿਰ ਆਨੰਦਪੁਰ ਦਾ ਮਤਾ, ਧਾਰਮਿਕ ਏਜੰਡੇ ਕਿ ਉੱਥੇ ਖਾਲਸਾ ਰਾਜ ਹੀ ਵਧੀਆ ਹੋਏਗਾ। ਇਹ ਟੇਢੇ ਤਰੀਕੇ ਨਾਲ ਲੋਕਾਂ ਦੀ ਮੰਗ ਨੂੰ ਭੰਬਲ ਭੂਸਾ, ਜਿਵੇਂ ਕਪੂਰੀ ਦਾ ਮੋਰਚਾ ਧਰਮ ਯੁੱਧ ਬਣਾਇਆ ਤੇ ਬਾਅਦ ਦੇ ਵਿੱਚ ਧਰਮ ਦਾ ਕਿੱਡਾ ਨੁਕਸਾਨ ਹੋਇਆ, ਲੋਕਾਂ ਦਾ ਕਿੱਡਾ ਨੁਕਸਾਨ ਹੋਇਆ, ਪਰ ਸਿਆਸਤਦਾਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਬੀਜੇਪੀ ਟੌਪ ਤੇ ਆਈ, ਕਾਂਗਰਸ ਹਾਸ਼ੀ ਤੇ ਗਈ, ਅਕਾਲੀ ਟੌਪ ਤੇ ਗਏ। ਤੇ ਇਸ ਤਰ੍ਹਾਂ ਇਹ ਧਾਰਮਿਕ ਏਜੰਡੇ ਕਿਵੇਂ ਕੈਸ਼ ਕੀਤੇ ਜਾਂਦੇ ਨੇ। ਸੋ ਰਾਜਨੀਤਿਕ ਲੀਡਰਸ਼ਿਪ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ ਮਾੜੀ ਸ਼ਾਸਨ ਪ੍ਰਣਾਲੀ ਕਾਫੀ ਮਦਦਗਾਰ ਸਾਬਤ ਹੋਈ। ਇਸ ਸਮੇਂ ਦੌਰਾਨ ਰਾਜਨੀਤਿਕ ਲੀਡਰਸ਼ਿਪ ਲੋਕ ਹਿੱਤਾਂ ਤੇ ਸੇਵਾ ਕਰਨ ਵਾਲੇ ਨੇਤਾਵਾਂ ਤੇ ਵਪਾਰਕ ਉਦਮੀਆਂ ਵਾਲੇ ਨੇਤਾਵਾਂ ਦੇ ਵਿੱਚ ਬਦਲ ਗਈ। ਨਤੀਜੇ ਵਜੋਂ ਆਮ ਜਨਤਾ ਦੀ ਆਮਦਨ ਘਟਣ ਲੱਗੀ ਤੇ ਹੌਲੀ ਰਫ਼ਤਾਰ ਨਾਲ ਵਧਣ ਲੱਗੀ। ਰਾਜਨੀਤਿਕ ਨੇਤਾਵਾਂ ਦੀ ਦੌਲਤ ਅਤੇ ਆਮਦਨ ਅਸਮਾਨ ਨੂੰ ਛੂਹ ਗਈ। ਤੁਸੀਂ ਉਸ ਵਕਤ ਵੇਖ ਲਓ ਪੰਜਾਬ ਦੇ ਵਿੱਚ ਬਾਦਲ ਸਾਹਿਬ ਜਾਂ ਹੋਰਾਂ ਕਿੰਨਿਆਂ ਲੋਕਾਂ ਦੀ, ਰਾਜਨੀਤਿਕ ਲੋਕਾਂ ਦੀਆਂ ਜਾਇਦਾਦਾਂ ਕਿਵੇਂ ਵਧੀਆਂ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਵੀਆਂ ਆਰਥਿਕ ਨੀਤੀਆਂ ਅਫਸਰਸ਼ਾਹੀ ਤੇ ਸਿਆਸੀ ਲੀਡਰਸ਼ਿਪ ਲਈ ਵਰਦਾਨ ਸਾਬਤ ਹੋਈਆਂ। ਇਸ ਨਾਲ ਪੰਜਾਬ ਦੀ ਆਰਥਿਕਤਾ ਤੇ ਲੋਕਾਂ ਦੀ ਆਰਥਿਕਤਾ ਦੋਹਾਂ ਦੀ ਤਬਾਹੀ ਹੋਈ। ਪੰਜਾਬ ਅੰਦਰ ਪ੍ਰਸ਼ਾਸਨ ਦੇ ਵਪਾਰੀਆਂ ਤੇ ਸਨਅਤਕਾਰਾਂ ਤੋਂ ਰਿਸ਼ਵਤ ਮੰਗਣ ਵਾਲੇ ਵਤੀਰੇ ਨੇ ਪੰਜਾਬ ਦੇ ਵਿੱਚ ਬਹੁ ਪਰਤੀ ਸੰਕਟ ਪੈਦਾ ਕੀਤਾ। ਇਸ ਨਾਲ ਸਨਅਤੀ ਪੂੰਜੀ ਦਾ ਪੰਜਾਬ ਤੋਂ ਨਿਕਲਣਾ ਤੇ ਪ੍ਰਵਾਸ ਹੋਣਾ ਸ਼ੁਰੂ ਹੋ ਗਿਆ। ਉਹ ਕਾਰਨ ਬਣਿਆ ਜਿਹੜੀ ਆਪਾਂ ਅੱਜ ਪ੍ਰਵਾਸ ਤੇ ਗੱਲ ਕੀਤੀ ਹੈ ਨਾ, ਇਹ ਕਾਰਨ ਦੇ ਵਿੱਚੋਂ ਪ੍ਰਵਾਸ ਉਪਜਿਆ। ਨਾ ਜਾਂ ਬਰਮਾ ਨੂੰ ਲੇਖ ਜਾਣਗੇ ਨਾਲੇ, ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਈ, ਜਾਨਾਂ ਦਾ ਘਾਣ ਹੋਣਾ ਸ਼ੁਰੂ ਹੋਇਆ ਤੇ ਉੱਥੋਂ ਪ੍ਰਵਾਸ ਦੀ ਜਿਹੜੀ ਇਹ ਲਹਿਰ ਹੈ ਜਾਂ ਮਜਬੂਰੀ ਹੈ ਇਹ ਬਹੁਤ ਤੇਜ਼ ਹੋਈ ਕਿ ਪੁੱਤ ਬਚਾ ਲਓ, ਬਾਹਰ ਭੇਜ ਦਿਓ। ਜੇ ਤੁਹਾਡੇ ਕੋਲ 4 ਪੈਸੇ ਨੇ, ਖਾਂਦੇ ਪੀਂਦੇ ਹੋ, ਤੁਹਾਨੂੰ ਪਿੰਡ ਦੇ ਤੁਹਾਡੇ ਲਾਗਤਬਾਜ਼ੀ ਵਾਲਿਆਂ ਨੇ ਜਾਂ ਮਸਟੰਡਿਆਂ ਨੇ ਵਸਣ ਨਹੀਂ ਦੇਣਾ। ਸੋ ਇਹਨਾਂ ਮਜਬੂਰੀਆਂ ਚੋਂ ਵੀ ਪ੍ਰਵਾਸ ਬਹੁਤਾ ਹੋਇਆ ਤੇ ਜਾਂ ਫਿਰ ਜਿਨ੍ਹਾਂ ਨੂੰ ਆਏ ਸੀ ਕਿ ਮਾੜੀ ਮੋਟੀ ਵਾਰਦਾਤ ਕਰੋ, ਕਿਸੇ ਕੇਸ 'ਚ ਨਾ ਪਾਓ ਤੇ ਪੋਲੀਟੀਕਲ ਅਸਾਈਲਮ ਲਓ, ਉਹਨਾਂ ਲੋਕਾਂ ਦੇ ਵੀ ਇਹ 'ਚ ਜੁਗਾੜਬਾਜ਼ੀ ਰਹੀ। ਸੋ ਇੱਥੋਂ ਇਹ ਪ੍ਰਵਾਸ ਹੋਣਾ ਪੰਜਾਬ ਦਾ ਸ਼ੁਰੂ ਹੋਇਆ। ਪੰਜਾਬ ਦੇ ਵਿੱਚੋਂ ਜ਼ਿਆਦਾਤਰ ਨਵੇਂ ਉਦਯੋਗਿਕ ਨਿਵੇਸ਼ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਹੋਏ। ਸੋ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਨਵਾਂ ਉਦਯੋਗ ਨਿਵੇਸ਼ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਇੰਡਸਟਰੀ ਲੱਗਣ ਦੀ ਬਜਾਏ। ਕਾਰਪੋਰੇਟ ਉਦਯੋਗਿਕ ਨਿਵੇਸ਼ ਦੇ ਨਾਲ ਨਾਲ ਸਿੱਧੇ ਵਿਦੇਸ਼ੀ ਨਿਵੇਸ਼ ਨੇ ਵੀ ਪੰਜਾਬ ਨੂੰ ਆਪਣੇ ਨਿਵੇਸ਼ ਦੇ ਲਈ ਮੰਜ਼ਿਲ ਵਜੋਂ ਤਰਜੀਹ ਨਹੀਂ ਦਿੱਤੀ ਕਿਉਂਕਿ ਡਿਸਟਰਬ ਸੂਬਾ ਹੋ ਗਿਆ ਤੇ ਇੱਥੇ ਤੇ ਵਿਦੇਸ਼ੀ ਦਾ ਆਉਣਾ ਮੁਸ਼ਕਲ ਹੋ ਗਿਆ। ਇੱਥੋਂ ਦੀ ਇੰਡਸਟਰੀ ਖਤਮ ਹੋਈ,
इत्थों अराजकता हुई, ਉਹੀ कुछ हो ਰਿਹਾ। ਇਸ ਦੇ ਨਾਲ ਹੀ ਮਾਲਪਾੜਾ ਬਰਾਬਰੀ ਦੀ ਨੀਤੀ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ 2 ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਤੇ ਬਟਾਲਾ ਦੇ ਵਿੱਚ ਸਟੀਲ ਅਤੇ ਫਾਊਂਡਰੀ ਉਦਯੋਗ ਲਗਭਗ ਠੱਪ ਹੋ ਗਏ। ਬਟਾਲਾ ਕਿੱਡੀ ਇੰਡਸਟਰੀ ਸੀ, ਗੋਬਿੰਦਗੜ੍ਹ ਕਿੱਡੀ ਇੰਡਸਟਰੀ ਸੀ, ਉਹ ਠੱਪ ਹੋਈ। ਸਿਆਸਤਦਾਨਾਂ ਦੇ ਟੇਢੇ ਤਰੀਕੇ ਨਾਲ ਇਨਵੈਸਟਮੈਂਟਾਂ ਜਾਂ ਭਾਈਚਾਰਾ ਵਿਸ਼ੇਸ਼ ਤੇ ਜਿਹੜੇ ਲੋਕ ਵਪਾਰੀ ਸੀ ਉਹਨਾਂ ਤੋਂ ਫਰੌਤੀਆਂ, ਉਹਨਾਂ ਦੇ ਕਤਲੇਆਮ ਜਾਂ ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ, ਬਿਹਾਰੀ ਮਜ਼ਦੂਰਾਂ ਦਾ ਨਾਂ ਆਉਣਾ ਤੇ ਇਸੇ ਦੌਰਾਨ ਸਨਅਤੀ ਮੁਕਾਬਲੇਕਰਨ ਜਲੰਧਰ ਅਤੇ ਅੰਮ੍ਰਿਤਸਰ ਸਨਅਤੀ ਟਾਊਨਸ਼ਿਪ ਵੀ ਸੁੰਗੜ ਗਈ। ਉਦਯੋਗ ਨੂੰ ਬਚਾਉਣ ਦੇ ਲਈ ਲੋੜੀਂਦਾ ਸਰਕਾਰੀ ਸਹਿਯੋਗ ਨਹੀਂ ਮਿਲ ਸਕਿਆ। ਸਮੇਂ ਦੇ ਚੱਲਦੇ ਵਪਾਰ ਦੀਆਂ ਸ਼ਰਤਾਂ ਖੇਤੀਬਾੜੀ ਦੇ ਵਿਰੁੱਧ ਹੋ ਗਈਆਂ। ਛੋਟੀ ਕਿਸਾਨੀ ਆਧਾਰਿਤ ਖੇਤੀ ਕਾਫੀ ਸੰਕਟ ਦੇ ਵਿੱਚ ਆ ਗਈ। ਵੱਧਦੀਆਂ ਇਨਪੁੱਟ ਲਾਗਤਾਂ ਅਤੇ ਇਨਪੁੱਟ ਦੀ ਘਟਦੀ ਪ੍ਰਭਾਵਸ਼ੀਲਤਾ ਕਾਰਨ ਕਿਸਾਨਾਂ ਦੀ ਆਮਦਨ ਦੇ ਵਿੱਚ ਵੀ ਗਿਰਾਵਟ ਆਈ। ਕਿਸਾਨਾਂ ਨੂੰ ਕਰਜ਼ੇ ਚੁੱਕ ਕੇ ਗੁਜ਼ਾਰਾ ਕਰਨਾ ਪਿਆ। ਨਤੀਜੇ ਵਜੋਂ ਪੰਜਾਬ ਦੀ ਕਿਸਾਨੀ ਦਾ ਵੱਡਾ ਹਿੱਸਾ ਫਿਰ ਕਰਜ਼ਈ ਹੋ ਗਿਆ। ਬਹੁਤੇ ਮਜ਼ਬੂਤ ਭਾਈਚਾਰੇ ਖੇਰੂ ਹੋ ਗਏ, ਖੁਦਕੁਸ਼ੀ ਦੇ ਰਾਹ ਪੈ ਗਏ। ਇਸ ਦੇ ਨਾਲ ਸੂਚਨਾ ਤਕਨਾਲੋਜੀ ਕ੍ਰਾਂਤੀ ਪੈਦਾ ਹੋਣ ਵਾਲੇ ਨਵੇਂ ਮੌਕੇ ਵੀ ਪੰਜਾਬ ਨੂੰ ਬਾਈਪਾਸ ਕਰ ਗਏ। ਇਸ ਵਿੱਚ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਦੀ ਗੈਰ ਉਪਲਬਧਤਾ, ਉਦਮੀ ਵਪਾਰੀਆਂ ਨੂੰ ਘੱਟ ਸਹੂਲਤਾਂ ਤੇ ਅਨੁਕੂਲ ਵਪਾਰਕ ਮਾਹੌਲ ਦੀ ਘਾਟ, ਇਹ ਕਾਰਨ ਸਭ ਕੁਝ ਹੋਇਆ। ਇਸ ਤਰ੍ਹਾਂ ਪੰਜਾਬ ਦਾ ਸੇਵਾ ਖੇਤਰ ਕਾਫੀ ਰਵਾਇਤੀ ਰਿਹਾ ਅਤੇ ਵਪਾਰਕ ਆਧੁਨਿਕ ਸੇਵਾਵਾਂ ਦੀ ਅਣਹੋਂਦ ਜਾਰੀ ਹੈ। ਰਸਮੀ ਸੇਵਾਵਾਂ ਦੇ ਖੇਤਰ ਦੇ ਵਿੱਚ ਆਪਣੇ ਮਫਾਦਾਂ ਲਈ ਰਿਸ਼ਵਤ ਦੀ ਮੰਗ ਕਰਨ ਵਾਲੇ ਵਿਵਹਾਰ ਨੇ ਆਰਥਿਕਤਾ ਦੇ ਵਿੱਚ ਤਰੇੜ ਪੈਦਾ ਕਰ ਦਿੱਤੀ, ਜਿਸ ਨੇ ਪੰਜਾਬ ਦੀ ਸਮੁੱਚੀ ਆਰਥਿਕਤਾ ਦੇ ਜ਼ਰੂਰੀ ਸਰਪਲਸ ਨੂੰ ਚੂਸ ਲਿਆ, ਕਿਉਂਕਿ ਇੱਥੇ ਫਿਰ ਲੁੱਟ ਮੱਚ ਗਈ ਰਿਸ਼ਵਤ ਦੀ, ਤੇ ਜਿਸ ਨੇ ਪੰਜਾਬ ਦੀ ਸਮੁੱਚੀ ਇਕਨੋਮੀ ਨੂੰ ਦੇ ਜ਼ਰੂਰੀ ਸਰਪਲਸ ਨੂੰ ਚੂਸ ਲਿਆ। ਪੰਜਾਬ ਦੇ ਵਿੱਚ ਸਮੁੱਚੇ ਨਿਵੇਸ਼ ਦ੍ਰਿਸ਼ ਨੂੰ ਨਿਰਾਸ਼ ਕੀਤਾ ਗਿਆ। ਸਿੱਟੇ ਵਜੋਂ ਪਿਛਲੇ 4 ਦਹਾਕਿਆਂ ਦੇ ਦੌਰਾਨ 40 ਸਾਲਾਂ ਦੇ ਦੌਰਾਨ ਜਾਣੀ 80 ਤੋਂ ਲੈ ਕੇ 2020 ਤੱਕ ਪੰਜਾਬ ਦੀ ਆਰਥਿਕਤਾ ਦੇ ਵਿੱਚ ਨਿਵੇਸ਼ ਦੀ ਘਾਟ ਪੈਦਾ ਹੋ ਗਈ। ਪੰਜਾਬ ਦੇ 2020 ਤੋਂ 23 ਦੇ ਆਰਥਿਕ ਸਰਵੇਖਣ ਦੀ ਰਿਪੋਰਟ ਦੇ ਵਿੱਚ 14% ਕੁੱਲ ਸਥਿਰ ਪੂੰਜੀ ਨਿਰਮਾਣ ਜਾਣੀ ਕਿ GFC, ਜਿਸ ਦੇ ਵਿੱਚ ਗ੍ਰੋਸ ਫਿਕਸਡ ਕੈਪੀਟਲ ਫਾਰਮੇਸ਼ਨ ਜਾਣੀ ਕਿ ਅਚਲ ਜਾਇਦਾਦਾਂ ਦੇ ਵਿੱਚ ਮੁਕਾਮੀ ਉਦਮੀਆਂ ਦਾ ਨਿਵੇਸ਼, ਇਹ ਸਬੂਤ ਦਰਸਾਉਂਦੇ ਨੇ ਕਿ ਪੰਜਾਬ ਦੀ ਆਰਥਿਕਤਾ ਵਿਕਾਸ ਪ੍ਰਕਿਰਿਆ ਤੋਂ ਕਿਉਂ ਪਛੜ ਰਹੀ ਹੈ। ਜਦੋਂ ਕਿ ਕੁੱਲ ਭਾਰਤ ਦਾ ਕੁੱਲ ਸਥਿਰ ਪੂੰਜੀ ਨਿਰਮਾਣ 29% ਹੈ ਤੇ ਪੰਜਾਬ ਦਾ 14% ਹੈ, ਅੱਧ ਦੇ ਕਰੀਬ। ਅਚਲ ਜਾਇਦਾਦਾਂ, ਮੁਕਾਮੀ ਉਦਮੀਆਂ ਦਾ ਨਿਵੇਸ਼ ਇੰਡੀਆ ਦਾ ਕੌਮੀ ਪੱਧਰ ਤੇ 29% ਹੈ ਤੇ ਪੰਜਾਬ ਦੇ ਵਿੱਚ ਇਹ ਜਿਹੜਾ ਸਥਿਰ ਪੂੰਜੀ ਨਿਰਮਾਣ 14% ਹੈ। 2023 ਦੇ ਵਿੱਚ 22-23 ਦੇ ਸਾਲ ਦੇ ਵਿੱਚ ਇੱਥੇ ਅਸੀਂ ਅੱਧ ਤੇ ਆ ਗਏ ਹਾਂ ਤੇ ਇਹ 29% ਪੂੰਜੀ ਨਿਰਮਾਣ ਨਾਲ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਹੇ ਨੇ ਦੂਸਰੇ ਸੂਬੇ, ਤੇ ਪੰਜਾਬ ਦੇ ਵਿੱਚੋਂ ਪੂੰਜੀ ਤੇ ਮਨੁੱਖੀ ਪੂੰਜੀ ਦੋਹਾਂ ਦੇ ਪ੍ਰਵਾਸ ਨੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕੀਤਾ ਤੇ ਪੰਜਾਬ ਹੌਲੀ-ਹੌਲੀ ਵਿਕਾਸ ਘੱਟ, ਨਿਵੇਸ਼ ਘੱਟ, ਕਰਜ਼ੇ ਦੀ ਸਮੱਸਿਆ ਦਾ ਸ਼ਿਕਾਰ ਹੋਇਆ। ਜਾਣੀ ਕਿ ਇਸ ਦੇ ਨਾਲ ਪੰਜਾਬ ਦੇ ਵਿੱਚੋਂ ਮਨੁੱਖਾਂ ਦਾ ਵੀ ਨਿਵੇਸ਼ ਹੋਇਆ ਤੇ ਪੂੰਜੀ ਦਾ ਵੀ ਨਿਵੇਸ਼ ਹੋਇਆ। ਇਹ ਬੜੀ ਮੰਦਭਾਗੀ ਸਥਿਤੀ ਹੈ ਜਿਹੜੀ ਪੰਜਾਬ ਨੂੰ ਅੱਜ ਦੀ ਘੜੀ 'ਚ ਦਰਪੇਸ਼ ਹੈ। ਸੋ ਇਸ ਦੇ ਆਰਥਿਕ ਕਾਰਨ ਸਮਝਣੇ ਹੋਣਗੇ ਕਿ 1970 ਤੋਂ 1980 ਦੇ ਦਹਾਕੇ 'ਚ ਜੋ ਕੁਝ ਤਬਦੀਲ ਹੋਇਆ ਉਸਨੇ ਕਿਸ ਤਰ੍ਹਾਂ ਪੰਜਾਬ ਦਾ ਕਚੂੰਬਰ ਕੱਢਿਆ, ਇਹ ਸਾਨੂੰ ਸਮਝਣਾ ਹੋਏਗਾ। ਸੋ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨੋਂ ਪ੍ਰੋਫੈਸਰ ਲਖਵਿੰਦਰ ਸਿੰਘ, ਪ੍ਰੋਫੈਸਰ ਸੁਖਵਿੰਦਰ ਸਿੰਘ ਤੇ ਪ੍ਰੋਫੈਸਰ ਕੇਸਰ ਸਿੰਘ ਭੰਗੂ, ਸੋ ਇਹਨਾਂ ਦੇ ਮੈਂ ਨੰਬਰ ਵੀ ਬੋਲਾਂਗਾ। ਤੇ ਪ੍ਰੋਫੈਸਰ ਲਖਵਿੰਦਰ ਸਿੰਘ ਹੋਰਾਂ ਦਾ ਨੰਬਰ ਹੈ 98 887 55 642। ਇਸੇ ਤਰ੍ਹਾਂ ਪ੍ਰੋਫੈਸਰ ਸੁਖਵਿੰਦਰ ਸਿੰਘ ਹੋਰਾਂ ਦਾ ਨੰਬਰ ਹੈ 987222 20571 98722 20571। ਇਸੇ ਤਰ੍ਹਾਂ ਪ੍ਰੋਫੈਸਰ ਕੇਸਰ ਸਿੰਘ ਭੰਗੂ ਨੇ ਪੰਜਾਬੀ ਯੂਨੀਵਰਸਿਟੀ ਤੋਂ, ਉਹਨਾਂ ਦਾ ਨੰਬਰ ਹੈ 98 154 27127 9814
9815427127 ਇਹਦਾ ਜਿਹੜਾ ਦੂਸਰਾ ਪਾਰਟ ਹੈ ਜਿਹੜਾ ਅੱਜ ਛਪਿਆ ਪੰਜਾਬੀ ਟ੍ਰਿਬਿਊਨ ਚੋਂ, ਧੰਨਵਾਦ ਸਹਿਤ, ਉਹ ਦੱਸਦਾ ਕਿ ਇਹ ਸਥਿਤੀ ਪੰਜਾਬ ਦੇ ਵਿੱਚ 70 ਤੇ 80 ਦੇ ਦਹਾਕੇ 'ਚ ਪੈਦਾ ਹੋਈ, ਜਿਹੜੀ ਕਿ ਆਮ ਤੁਸੀਂ ਵੇਖਿਆ ਹੋਵੇ ਕਿ ਜਦੋਂ ਆਰਥਿਕ ਲੁੱਟ ਸੀ, ਮਜਾਰਾ ਲਹਿਰ ਤੋਂ ਬਾਅਦ ਵੱਡੇ ਜਿਹੜੇ ਲੋਕ ਸੀ ਉਹਨਾਂ ਦੀ ਜ਼ਮੀਨਾਂ ਜਾਇਦਾਦਾਂ ਸਰਪਲਸ ਸੀ ਜਿਹੜੀਆਂ ਉਹ ਘਟੀਆਂ, ਲੋਕਾਂ ਨੂੰ ਵੰਡੀ ਗਈ। 16 ਲੱਖ ਏਕੜ ਦੇ ਕਰੀਬ ਜ਼ਮੀਨ ਤੇਜਾ ਸਿੰਘ ਸੁਤੰਤਰ ਜਾਂ ਹੋਰਾਂ ਲੋਕਾਂ ਨੇ ਕੋਸ਼ਿਸ਼ ਕੀਤੀ। ਉਸ ਦੌਰਾਨ ਫਿਰ ਉਹ ਧਾਰਮਿਕ ਲਹਿਰਾਂ ਦਾ ਏਜੰਡਾ ਸ਼ੁਰੂ ਹੋਇਆ, ਜਿਹੜਾ ਅਨੰਦਪੁਰ ਸਾਹਿਬ ਦੇ ਮਤੇ 'ਚ ਵੱਧ ਅਧਿਕਾਰਾਂ ਦਾ ਭੰਬਲ ਪੂਸਾ। ਮਸਲਨ ਕੁੱਲ ਮਿਲਾ ਕੇ ਕਪੂਰੀ ਮੋਰਚੇ ਦਾ ਧਰਮ ਯੁੱਧ ਬਣਨਾ, ਜੇ ਆਮ ਭਾਸ਼ਾ 'ਚ ਕਹੋ। ਉੱਥੇ ਇੱਕ ਟਵਿਸਟ ਪੈਦਾ ਹੋ ਗਿਆ। ਉਹਨਾਂ ਹਾਲਾਤਾਂ 'ਚ ਰਿਸ਼ਵਤਾਂ ਵਧੀਆਂ, ਮੁੰਡਿਆਂ ਦੀ ਚੱਕ ਚਕਾਈ, ਮਜਬੂਰਨ ਪ੍ਰਵਾਸ ਤੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ ਘਾਟ। ਉਸ ਤੋਂ ਬਾਅਦ ਹੁਣ ਲਗਾਤਾਰ ਤੁਸੀਂ 22-23 ਦੇ ਵਿੱਚ ਪੂੰਜੀ ਨਿਵੇਸ਼ ਪੰਜਾਬ 'ਚ 14% ਤੇ ਇੰਡੀਆ 'ਚ 29%। ਪੰਜਾਬ ਦੇ ਵਿੱਚੋਂ ਪੂੰਜੀ ਵੀ ਤੇ ਪੰਜਾਬੀ ਵੀ ਮਜਬੂਰਨ ਪ੍ਰਵਾਸ ਕਰ ਰਹੇ ਨੇ। ਇਹ ਪੰਜਾਬ ਤੇ ਬਹੁਤ ਵੱਡੀ ਸੱਟ ਹੈ ਜਿਸ ਨੂੰ ਸਮਝਣ ਦੀ ਜ਼ਰੂਰਤ ਹੈ। ਲਿਖਦੇ ਨੇ ਤਿੰਨੋਂ ਵਿਦਵਾਨ ਕਿ ਹੁਣ ਸਵਾਲ ਹੈ ਕਿ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਮੁੜ ਜਿੰਦਾ ਤੇ ਸੁਰਜੀਤ ਤੇ ਕਿਵੇਂ ਉਸਾਰੀ ਕਰ ਸਕਦੇ ਹਾਂ। ਇਹ ਤਾਂ ਇਹਦਾ ਪਿਛੋਕੜ 47 ਤੋਂ ਲੈ ਕੇ 22 ਤੱਕ ਦਾ ਇਹਨਾਂ ਨੇ ਦੱਸਿਆ। ਇਹਦਾ ਵਰਤਮਾਨ ਕੀ ਹੈ ਤੇ ਇਹਦਾ ਭਵਿੱਖ ਕੀ ਹੈ, ਇਹਦੇ ਬਾਰੇ ਇੱਕ ਹੱਲ ਸੁਝਾਇਆ ਗਿਆ ਕਿ ਇਹਦਾ ਹੱਲ ਕੀ ਹੋ ਸਕਦਾ। ਉਹ ਹੱਲ ਦੇ ਬਾਰੇ ਲਿਖਦੇ ਨੇ, ਹੁਣ ਸਵਾਲ ਹੈ ਕਿ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਮੁੜ ਜਿੰਦਾ ਕਰ ਸਕਦੇ ਹਾਂ। ਜਵਾਬ ਹੈ ਬਿਲਕੁਲ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਦੇ ਲਈ ਪੰਜਾਬ ਦੀ ਆਰਥਿਕਤਾ ਨੂੰ ਦਰਪੇਸ਼ ਵੱਡੀਆਂ ਰੁਕਾਵਟਾਂ ਤੇ ਉਹਨਾਂ ਰੁਕਾਵਟਾਂ ਦੇ ਸੋਮਿਆਂ ਤੇ ਕਾਰਨਾਂ ਦੀ ਪਛਾਣ ਹੋਵੇਗੀ। ਪਰ ਜਿਹੜੀ ਲੌਬੀ ਨੇ 70 ਤੋਂ ਇਹ ਆਫ ਦੀ ਆਰਟੀਕਲ ਹੈ, ਪਰ ਜਿਹੜੀ ਲੌਬੀ ਨੇ 70 ਤੋਂ 80 ਦੇ ਦਹਾਕੇ ਦੇ ਦੌਰਾਨ ਇਹ ਕਾਰਨ ਪੈਦਾ ਕੀਤੇ, ਉਹ ਲੌਬੀ ਅੱਜ ਕੱਲ੍ਹ ਧਮਾਕੇ ਕਰਾ ਰਹੀ ਹੈ। ਉਹ ਲੌਬੀ ਅੱਜ ਕੱਲ੍ਹ ਗੈਂਗਸਟਰ ਕਲਚਰ ਪੈਦਾ ਕਰ ਰਹੀ ਹੈ ਤੇ ਉਹ ਲੌਬੀ ਅੱਜ ਕੱਲ੍ਹ ਸਿੱਧੂ ਮੂਸੇਵਾਲੇ ਦੇ ਜਾਂ ਕੰਨਾਂ 'ਚੋਂ ਵਾਲੀਆਂ ਤਰਵਾ ਰਹੇ ਨੇ। ਇਸ ਤਰ੍ਹਾਂ ਦਾ ਅਰਾਜਕਤਾ ਪੈਦਾ ਕਰ ਰਹੇ ਨੇ। ਚਲੋ ਕੰਨਾਂ ਤੇ ਵਾਲੀਆਂ ਤਾਂ ਇਹ ਲਾਉਣੇ ਤਾਂ ਇਹ ਹੈ ਕਿ ਉਹ ਨਸ਼ੇੜੀ ਨੇ, ਉਹਨਾਂ ਨੂੰ ਕੰਮ ਕੋਈ ਨਹੀਂ, ਉਹ ਸਨੈਚਿੰਗ 'ਚ ਆ ਗਏ ਜਾਂ ਫਰੋਤੀਆਂ ਤੇ ਆ ਗਏ। ਪਰ ਵੱਡੇ ਜਿਹੜੇ ਲੋਕ ਨੇ ਉਹ ਕਦੇ ਬੇਅਦਬੀ ਦੇ ਧਮਾਕੇ, ਕਦੇ ਬੇਅਦਬੀ ਦੇ ਕਾਂਡ, ਕਦੇ ਬੰਬ ਧਮਾਕੇ ਤੇ ਕਦੇ ਮੌੜ ਮੰਡੀ ਬਲਾਸਟ। ਇਹ ਉਹ ਲਾਹਨਤੀ ਲਾਣਾ ਜਿਹੜਾ ਪੰਜਾਬ ਨੂੰ ਨਿਚੋੜਨ ਲੱਗਿਆ, ਪੰਜਾਬ ਨੂੰ ਚੂਸਣ ਲੱਗਾ। ਇਹਦੇ 'ਚ ਸਾਰੀਆਂ ਪਾਰਟੀਆਂ ਦੇ ਕੁਝ ਗੰਦੇ ਆਂਡੇ ਨੇ ਜਿਨ੍ਹਾਂ ਦੇ ਪਿੱਛੇ ਇੱਕ ਲੌਬੀ ਹੈ। ਹੁਣ ਸਵਾਲ ਹੈ ਕਿ ਇਸ ਦੇ ਵਿੱਚ ਉਹਨਾਂ ਰੁਕਾਵਟਾਂ ਤੇ ਸੋਮਿਆਂ ਦੀ ਪਛਾਣ ਕਰਨੀ ਹੋਵੇਗੀ। ਸਭ ਤੋਂ ਵੱਡੀ ਰੁਕਾਵਟ ਹੈ ਕਿ ਸੂਬੇ ਦੇ ਸਿਰ ਤੇ ਜਿਹੜਾ ਮਣਾ ਮੋਹੀ ਕਰਜ਼ੇ ਦੀ ਪੰਡ ਹੈ। ਮਾਰਚ 2023 ਦੇ ਅੰਤ ਤੱਕ ਪੰਜਾਬ ਦੇ ਵਿੱਚ 3.13 ਲੱਖ ਕਰੋੜ ਯਾਨੀ ਕਿ 3.25 ਲੱਖ ਕਰੋੜ ਕਰਜ਼ਾ ਚੜ੍ਹਿਆ ਹੋਇਆ, ਜਦੋਂ ਕਿ ਮਾਰਚ 2022 ਦੇ ਵਿੱਚ ਪਿਛਲੇ ਵਰੇ ਇਹ 2.82 ਲੱਖ ਕਰੋੜ ਸੀ। ਪਿਛਲੀ ਸਰਕਾਰ ਨੇ ਆਪਣੇ ਪਿਛਲੇ 3 ਸਾਲਾਂ ਦੇ ਵਿੱਚ ਹਰ ਸਾਲ ਸੂਬੇ ਤੇ ਜਿਹੜਾ ਕਰਜ਼ਾ ਹੈ ਉਸ ਦਾ ਜਿਹੜਾ ਵੱਡਾ ਵਾਧਾ ਕੀਤਾ, ਪਰ ਘੱਟ ਹੋਣ ਵਾਲੇ ਵੀ ਨਹੀਂ। ਹੋਣ ਵਾਲੇ ਜਿਵੇਂ 2000 ਪੁਲਿਸ ਬੁਲਾਈ ਬੈਠੇ ਆ, ਹੋਰ ਬੁਲਾਈ ਬੈਠੇ ਆ, ਇਸ਼ਤਿਹਾਰਾਂ ਤੇ ਪੈਸਾ ਉਡਾ ਰਹੇ ਆ, ਰਲ ਮਿਲ ਕੇ ਖਜ਼ਾਨੇ ਨੂੰ ਉੜਦੂ ਲਾ ਰਿਹਾ ਕਿ ਅਸੀਂ ਇੱਧਰੋਂ ਪੈਸੇ ਬਚਾ ਲਏ। ਜੇ ਇੱਧਰੋਂ ਪੈਸੇ ਬਚਾ ਲਏ, ਤੁਹਾਡਾ ਕੰਮ ਬੋਲੇ ਭਾਈ, ਤੇ ਤੁਸੀਂ ਆ ਮੁੱਲ ਦੇ ਪ੍ਰਾਹੁਣੇ ਕਿਉਂ ਇਕੱਠੇ ਕਰਦੇ ਹੋ? ਠੀਕ ਹੈ, ਇਸ਼ਤਿਹਾਰ ਦਿਓ ਕਿਤੇ ਦੀਵਾਲੀ ਦੁਸਹਿਰੇ ਕਿਸੇ ਤਿਉਹਾਰ ਤੇ, ਤੁਸੀਂ ਤਾਂ ਰੋਜ਼ ਹੀ ਕੰਮ ਫੜ ਲਿਆ। ਖੈਰ, ਇਸ ਦੌਰਾਨ ਪਿਛਲੇ 3 ਸਾਲਾਂ ਦੇ ਦੌਰਾਨ ਸਰਕਾਰਾਂ ਨੇ ਹਰ ਸਾਲ 35,201 ਕਰੋੜ ਕਰਜ਼ਾ ਚੜਾਇਆ। ਐਵਰੀ ਈਅਰ 35,201 ਕਰੋੜ ਐਵਰੀ ਈਅਰ। ਇਹਦੇ 'ਚ ਭਗਵੰਤ ਮਾਨ ਸਰਕਾਰ ਵੀ ਇੱਥੇ ਹੀ ਖੜੀ ਹੈ, ਇਹਨਾਂ ਨੇ ਕੋਈ ਘੱਟ ਨਹੀਂ ਚੜਾਇਆ। ਪਿਛਲੇ 3 ਸਾਲ ਹਰ ਸਾਲ 35,000 ਕਰੋੜ ਐਵਰੀ ਈਅਰ ਕਰਜ਼ਾ ਚੜਿਆ, ਜਿਸ ਕਰਕੇ 2022 ਦੇ ਵਿੱਚ ਇਹ 2.82 ਲੱਖ ਕਰੋੜ ਸੀ ਤੇ ਇਸ ਵਾਰ ਮਾਰਚ 23 ਦੇ ਵਿੱਚ ਇਹ 3.13 ਲੱਖ ਕਰੋੜ ਹੋ ਗਿਆ ਤੇ ਅਗਲੀ ਵਾਰੀ ਮਾਰਚ 'ਚ ਇਹ 4 ਲੱਖ ਕਰੋੜ ਤੇ ਪਹੁੰਚ ਜਾਣਾ, ਜਿਸ ਤਰ੍ਹਾਂ ਦੀ ਸਥਿਤੀ ਹੈ। ਇਸੇ ਸਮੇਂ ਦੌਰਾਨ ਕਰਜ਼ੇ ਨੂੰ ਵਾਪਸ ਕਰਨ ਲਈ ਹਰ ਸਾਲ 18,209 ਕਰੋੜ ਰੁਪਏ ਦਾ ਵਿਆਜ ਪੈ ਜਾਂਦਾ ਹੈ ਅਤੇ 14,257 ਕਰੋੜ ਮੂਲ ਹੈ, ਯਾਨੀ ਕਿ ਕੁੱਲ 32,467 ਕਰੋੜ ਰੁਪਏ ਖਰਚ ਕੀਤੇ ਗਏ ਤੇ 35,201 ਕਰੋੜ ਰੁਪਏ ਨਵਾਂ ਕਰਜ਼ਾ ਚੜ੍ਹ ਗਿਆ। ਇੱਥੇ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਹਰ ਸਾਲ ਸਰਕਾਰ ਨੇ ਸ਼ੁੱਧ ਕਰਜ਼ੇ ਦੇ ਰੂਪ ਦੇ ਵਿੱਚ ਕੇਵਲ 2,734 ਕਰੋੜ ਰੁਪਏ ਹੀ ਪ੍ਰਾਪਤ ਹੋਏ ਨੇ, ਜੋ ਸਾਲ ਦੇ ਵਿੱਚ ਲਏ ਗਏ ਕੁੱਲ ਕਰਜ਼ੇ ਦਾ 7.8% ਹੈ ਤੇ ਬਾਕੀ
92.2% ਪਿਛਲਾ ਕਰਜ਼ਾ ਉਤਾਰਨ ਲਈ ਖਰਚ ਕੀਤਾ ਗਿਆ। ਕੀ ਪੰਜਾਬ ਤੋਂ ਕਰਜ਼ੇ ਦੀ ਪੰਡ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਇਸ ਦਾ ਜਵਾਬ ਹੈ, ਜਦੋਂ ਅਸੀਂ ਸੂਬੇ ਦੁਆਰਾ ਪੰਜਾਬ ਦੁਆਰਾ ਮਾਲੀਆ ਵਧਾਉਣ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਅਨੁਭਵੀ ਸਬੂਤ ਦੱਸਦੇ ਨੇ ਕਿ ਪੰਜਾਬ ਲਗਾਤਾਰ ਕੁੱਲ ਰਾਜ ਘਰੇਲੂ ਉਤਪਾਦ GSDP ਗ੍ਰੌਸ ਸਟੇਟ ਡੋਮੈਸਟਿਕ ਪ੍ਰੋਡਕਟ ਕਿਸੇ ਰਾਜ ਅੰਦਰ ਆਮ ਕਰਕੇ ਇੱਕ ਸਾਲ ਦੇ ਅੰਦਰ ਉਤਪਾਦਕ ਵਸਤਾਂ ਤੇ ਸੇਵਾਵਾਂ ਦੀ ਕੁੱਲ ਮਾਤਰਾ ਦੇ 2% ਤੋਂ ਵੱਧ ਮਾਲੀਆ ਘਾਟਾ ਚੱਲ ਰਹੀ ਹੈ। ਮਾਲੀਆ ਘਾਟਾ GSDP ਅਨੁਪਾਤ 2018-19 ਦੇ ਵਿੱਚ 2.56% ਸੀ, ਜੋ 2020-21 ਦੇ ਵਿੱਚ ਵੱਧ ਕੇ 3.16% ਹੋ ਗਿਆ ਤੇ ਚਾਲੂ ਸਾਲ 2022-23 ਦੇ ਵਿੱਚ ਮਾਲੀਆ ਘਾਟਾ 3.74% ਹੋ ਗਿਆ। ਯਾਨੀ ਕਿ ਇਹ ਮਾਲੀਆ ਘਾਟਾ ਵੀ ਲਗਾਤਾਰ ਫਿੱਡੇ ਛਿੱਤਰਾਂ ਵਾਂਗੂ ਵਧ ਰਿਹਾ। ਇਹ ਸਬੂਤ ਸਪਸ਼ਟ ਕਰਦੇ ਨੇ ਕਿ ਪੰਜਾਬ ਰਾਜ ਦਾ ਮਾਲੀਆ ਘਾਟਾ GSDP ਅਨੁਪਾਤ ਲਗਾਤਾਰ ਵਧ ਰਿਹਾ ਤੇ ਕਰਜ਼ੇ ਦੇ ਭੰਡਾਰ ਦੇ ਵਿੱਚ ਹੋਰ ਵਾਧਾ ਹੋਵੇਗਾ। ਪੰਜਾਬ ਦੀ ਵਿੱਤੀ ਨੀਤੀ ਚੁਰਾਹੇ ਤੇ ਖੜੀ ਹੈ। ਇਸ ਨੂੰ ਦਰੁਸਤ ਕਰਨ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਨੂੰ ਮੁੜ ਸਰਜੀਤ ਕਰਨ ਦੀ ਆਸ ਵੱਝਦੀ ਹੈ। ਭਾਰਤ ਦੇ ਦੂਜੇ ਸੂਬਿਆਂ ਦੀ ਤੇ ਮੁਦਰਾ ਨੀਤੀ ਦੇ ਪ੍ਰਭਾਵਾਂ ਬਾਰੇ ਕੀਤੇ ਗਏ ਅਧਿਐਨ ਤੋਂ ਸਪਸ਼ਟ ਹੈ ਕਿ ਇਹ ਤੱਥ ਸਾਹਮਣੇ ਆਉਂਦੇ ਨੇ ਕਿ ਆਰਥਿਕਤਾ ਦੇ ਛੋਟੇ ਪੈਮਾਨੇ ਤੇ ਉਤਪਾਦਨ ਢਾਂਚੇ ਦੀ ਪ੍ਰਮੁੱਖਤਾ ਕਾਰਨ ਪੰਜਾਬ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਹ ਭਾਰਤੀ ਰਿਜ਼ਰਵ ਬੈਂਕ ਦੇ ਕ੍ਰੈਡਿਟ ਡਿਪਾਜ਼ਿਟ ਅਨੁਪਾਤ ਦੇ ਅੰਕੜਿਆਂ ਤੋਂ ਵੀ ਝਲਕਦਾ ਹੈ, ਜੋ ਕਿ ਲੰਮੇ ਸਮੇਂ ਤੋਂ ਕਾਨੂੰਨੀ ਘੱਟੋ-ਘੱਟ ਅਨੁਪਾਤ ਨੂੰ ਪੂਰਾ ਨਹੀਂ ਕਰ ਸਕਿਆ। ਵਰਤਮਾਨ ਦੇ ਵਿੱਚ ਇਹ ਅਨੁਪਾਤ ਸਾਲ 2021-22 ਦੇ ਵਿੱਚ 55% ਹੈ ਤੇ ਦੇਸ਼ ਦੀ ਇਕਸਾਰ ਬੈਂਕਿੰਗ ਪ੍ਰਣਾਲੀ ਕਾਰਨ ਹੈ। ਇਹ ਦੇਸ਼ ਦੀ ਇਕਸਾਰ ਬੈਂਕਿੰਗ ਪ੍ਰਣਾਲੀ ਕਾਰਨ ਹੈ। ਨਤੀਜੇ ਵਜੋਂ ਬੱਚਤ ਦੀ ਉੱਚ ਦਰ ਦੇ ਬਾਵਜੂਦ ਪੰਜਾਬ ਇਸ ਨੂੰ ਉਤਪਾਦਕ ਨਿਵੇਸ਼ ਦੇ ਵਿੱਚ ਤਬਦੀਲ ਨਹੀਂ ਕਰ ਸਕਿਆ। ਇਸ ਲਈ ਇਸ ਨਾਲ ਪੰਜਾਬ ਦੀ ਆਰਥਿਕਤਾ ਦੇ ਵਿੱਚ ਨਿਵੇਸ਼ ਦੀ ਕਮੀ ਆਈ ਹੈ। ਮੁਦਰਾ ਅਤੇ ਵਿੱਤੀ ਦੋਵੇਂ ਨੀਤੀਆਂ ਦੇ ਵਾਧੇ ਕੇਂਦਰੀਕਰਨ ਨੇ ਪੰਜਾਬ ਦੇ ਵਿੱਚੋਂ ਨਿਵੇਸ਼ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਵਧਾਇਆ। ਦੂਜਾ ਮਹੱਤਵਪੂਰਨ ਪਹਿਲੂ ਹੈ ਕਿ ਪੰਜਾਬ ਦਾ ਉਤਪਾਦਨ ਅਤੇ ਰੁਜ਼ਗਾਰ ਢਾਂਚਾ, ਜੋ ਪੰਜਾਬ ਦੀ ਆਰਥਿਕਤਾ ਦੀ ਤੇਜ਼ੀ ਨਾਲ ਪ੍ਰਗਤੀ ਨੂੰ ਰੋਕ ਦਰਸਾਉਂਦਾ ਹੈ। ਸਪਸ਼ਟ ਤੌਰ ਤੇ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਵਿੱਚ ਖੜੋਤ ਆਈ ਹੈ ਅਤੇ ਉਦਯੋਗਿਕ ਖੇਤਰ ਦਾ ਵੱਡਾ ਹਿੱਸਾ ਘੱਟ ਉਤਪਾਦਕਤਾ, ਘੱਟ ਉਜਰਤ ਦੀ ਘੁੰਮਣ ਘੇਰੀ 'ਚ ਫਸ ਕੇ ਰਹਿ ਗਿਆ। ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਸਥਾਨਕ ਮਜ਼ਦੂਰਾਂ ਦੀਆਂ ਇੱਛਾਵਾਂ ਨੂੰ ਪੂਰਾ ਨਹੀਂ ਕਰ ਸਕਦਾ। ਪੰਜਾਬ ਦੀ ਆਰਥਿਕਤਾ ਨੂੰ ਹੁਣ ਮੁੱਖ ਤੌਰ ਤੇ ਖੇਤੀ ਪ੍ਰਧਾਨ ਤੋਂ ਉਦਯੋਗੀਕਰਨ ਦੇ ਵਿੱਚ ਤਬਦੀਲ ਕਰਨ ਦੀ ਜ਼ਰੂਰਤ ਹੈ। ਜਾਣੀ ਕਿ ਸਿਰਫ ਖੇਤੀ ਨਹੀਂ, ਖੇਤੀ ਆਧਾਰਿਤ ਜਾਂ ਕੋਈ ਹੋਰ ਉਦਯੋਗਾਂ ਦਾ, ਫੈਕਟਰੀ ਇੰਡਸਟਰੀ ਦਾ ਲੱਗਣਾ ਜ਼ਰੂਰੀ ਹੈ। ਤੇ 21ਵੀਂ ਸਦੀ ਨੂੰ ਗਿਆਨ ਦੀ ਆਰਥਿਕਤਾ ਕਿਹਾ ਜਾਂਦਾ ਹੈ ਤੇ ਚੌਥੀ ਉਦਯੋਗਿਕ ਕ੍ਰਾਂਤੀ ਇਸ ਦਾ ਗਵਾਹ ਹੈ। ਪੰਜਾਬ ਨੂੰ ਤੁਰੰਤ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਦੀ ਲੋੜ ਹੈ। ਇਸ ਲਈ ਉਦਯੋਗ ਨੂੰ ਰਵਾਇਤੀ ਤੋਂ ਆਧੁਨਿਕ ਅਤੇ ਹਰਿਆਵਲ ਵਾਲਾ ਉਦਯੋਗੀਕਰਨ ਵੱਲ ਬਦਲਣ ਲਈ ਨਵੀਂ ਰਣਨੀਤੀ ਦੀ ਲੋੜ ਹੈ। ਪੰਜਾਬ ਨੂੰ ਹਰੀ ਉਦਯੋਗਿਕ ਤਰੱਕੀ ਲਈ ਰਿਸਰਚ ਐਂਡ ਡਿਵੈਲਪਮੈਂਟ ਨਵੀਂ ਬਜਟ ਮਦ ਸਥਾਪਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਕੱਲੇ ਸੈਕਟਰ ਲਈ ਅਲੱਗ-ਅਲੱਗ ਨੀਤੀਆਂ ਬਣਾ ਕੇ ਆਰਥਿਕਤਾ ਦੀ ਧੀਮੀ ਗਤੀ ਨੂੰ ਵਧਾਇਆ ਜਾ ਸਕਦਾ ਹੈ। ਨਵੀਂ ਪਹਿਲ ਕਦਮੀ ਨੂੰ ਆਰਥਿਕਤਾ ਦੀ ਅੰਤਰ ਨਿਰਭਰਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਪੰਜਾਬ ਦੀ ਆਰਥਿਕਤਾ ਦੇ ਉਤਪਾਦਨ ਖੇਤਰ ਦੀ ਸੇਵਾ ਕਰਨ ਲਈ ਸੇਵਾ ਖੇਤਰ ਨੂੰ ਇਸ ਤਰੀਕੇ ਨਾਲ ਪੁਨਰਗਠਿਤ ਕੀਤਾ ਜਾਣਾ ਚਾਹੀਦਾ। ਤੀਜਾ ਰੁਕਾਵਟ ਹੈ ਕਰਮਚਾਰੀਆਂ ਦੇ ਹੁਨਰ ਦਾ ਆਧਾਰ। ਇਹ ਸਭ ਜਾਣਦੇ ਨੇ ਕਿ ਪੰਜਾਬ ਨੂੰ ਉਦਮੀ ਤੇ ਲੀਡਰਸ਼ਿਪ ਦੇ ਗੁਣਾਂ ਦੇ ਵਿੱਚ ਉੱਤਮ ਮੰਨਿਆ ਜਾਂਦਾ ਹੈ। ਇਸ ਲਾਭ ਨੂੰ ਆਰਥਿਕਤਾ ਦੀ ਲੰਮੇ ਸਮੇਂ ਦੀ ਹੌਲੀ ਪ੍ਰਗਤੀ, ਵਿਦਿਅਕ ਤੇ ਸਿਹਤ ਸੰਸਥਾਵਾਂ ਦੇ ਵਿੱਚ ਘਟਾਏ ਨਿਵੇਸ਼ ਨੇ ਕਮਜ਼ੋਰ ਕੀਤਾ। ਸਿੱਖਿਆ ਤੇ ਸਿਹਤ ਦੇ ਨਿੱਜੀਕਰਨ ਨੇ ਕਰਮਚਾਰੀਆਂ ਦੇ ਵਿੱਚ ਉੱਚ ਯੋਗਤਾਵਾਂ ਪੈਦਾ ਕਰਨ ਦਾ ਟੀਚਾ ਪ੍ਰਾਪਤ ਨਹੀਂ ਕੀਤਾ। ਇਸ ਲਈ ਵਿਦਿਅਕ ਅਤੇ ਸਿਹਤ ਢਾਂਚੇ ਦਾ ਸੁਧਾਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪਰ ਵਿਦਿਆ ਦਾ ਤਾਂ ਦੋਸਤੋ ਹਾਲਾਤ ਨੇ ਕਿ ਕਿਵੇਂ ਸਰਕਾਰੀ ਯੂਨੀਵਰਸਿਟੀਆਂ ਫੇਲ ਹੋ ਰਹੀਆਂ ਨੇ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕ MP ਬਣ ਰਹੇ ਨੇ। ਨਵੀਂ ਸਰਕਾਰ ਨੇ ਇਹ ਨਵਾਂ ਟ੍ਰੈਂਡ ਚਲਾ ਲਿਆ।
कोई लड्डू वाला है, कोई कासे वाला चक के बना दिओ MP। ये ठीक है कि पिछले भी इंडस्ट्रीअलिस्ट नूं तरजीह दिंदे सी, पर हुण वाले तां सिर ही है। चौथी इस दे विच इह गल नोट करनयोग है, काबिले गौर है कि जनतक नीति नूं लागू करन ते मुलांकण करन वालीआं संस्थावां ने पंजाब दे आर्थिक विकास शुरुआती दौर दे विच विकास की प्रक्रिया दे विच महत्वपूर्ण भूमिका निभाई है, पर 1980 के दहाके तो बाद ये संस्थावां बेअसर हो गईयां ते ये प्रक्रिया नौकरशाही के कब्जे ते दबाव हेठ आ गई। अजिहे वरतारे ने जनतक नीति बनाउण लई संबंधित धिरां नूं शामिल करन दी प्रणाली नूं असफल बना दिता। ਜਦੋਂ तक नीति बनाउण, नीति लागू करन ते नीति मुलंकण दे 3 विंगां नूं सुतंत्र नहीं बनाया जाता, उदों तक जनतक नीति प्रक्रिया चंगे ते लोड़ींदे नतीजे नहीं देवेगी। पंजाब दी आर्थिकता नूं गतिशील बनाउण लई जनतक नीति संस्थावां दी कार्यशीलता दे इस कदम नूं सरगर्म करन दी जरूरत है। 5वां नुकता कि पंजाब हाले भी खेती सभ्याचार दी प्रमुखता दे अधीन सह के रिहा। गर्म ख्याली सभ्याचार सुभाਅ ते राजनीतिक उद्देशां लई धर्म दी वरतों फिरकू तणाव पैदा करदी है। बहुत समय तो राजनीतिक लीडरशिप ते नौकरशाही दोहां द्वारा रिश्वत दी मंग दे सभ्याचार ने पंजाब नूं प्रवासी ते प्राइवेट कारपोरेट सैक्टर दे उद्योग निवेश दे लई गैर दोस्ताना बना दिता, क्योंकि जिवें इत्थे हिस्से पैंदे ने, कोई माड़ा जिहा काम चलदा अगला कहंदा मेरा हिस्सा पा लो, जां अफसर ने माड़ा जिहा काम कराउणा इन्नी लुੱਟ। वो जिहड़ा रिश्वत सभ्याचार है ना, सभ्याचार तां नहीं कहांगा, रिश्वत की जिहड़ी रविद है उन्हें भी नवीं इंडस्ट्री नूं पंजाब तो दूर कीता है। ते इन्हां कारणां ने मिल के पंजाब दे विच उद्योगीकरण नूं निराश करन दे विच महत्वपूर्ण भूमिका निभाई है। ते उच्च उत्पादकता के आधार ते हर संभव अनुकूल हालत पैदा करने के बावजूद खेतीबाड़ी ने काफ़ी निवेश योग वाधू धन पैदा किया है। इस दे नाल ही हुण जेकर कौमांतरी सरहद ते तनाव घटाया जांदा तां यकीनन समुचे तौर ते पंजाब अते इत्थों तक कि गुआंढी सूबे हिमाचल प्रदेश, हरियाणा ते जम्मू कश्मीर नूं भी इसदा फायदा होएगा। नाल ही जेकर पाकिस्तान ते होर देशां लई जमीनी वपार खोलिया जांदा तां इह सोने ते सुहागे वाली गल होवेगी, जिहड़ा कि केंद्र सरकार ने होण नहीं देना, जिहड़ा कि भारत पाकिस्तान दे कट्टर दुश्मनां ने होण नहीं देना। वो भावें विदेश वाले भावें देश वाले आ, इह हो नहीं सकना। सारियां संबंधित धिरां नूं शामिल करके ते चिर टिकाऊ विकास लई पंजाब सरकार वालों मौके तलाशण ते उभारण अते आर्थिकता ते लंबे समय तो लटक रहीआं रुकावटां नूं दूर करन दी उम्मीद कीती जा सकदी है। पंजाब दी आर्थिकता नूं ना सिर्फ रुकावटां ते समस्यावां नूं पासे करन लई सगों पंजाब नूं विकास पक्षों 21वीं सदी दा आर्थिक मॉडल बनाउण दे लई समूहक कार्रवाई करन वाली रणनीति नूं काम दे विच लिआउणा चाहीदा। निवेशकां ਅਤੇ आम पंजाबियों ਨੂੰ ਉਤਸ਼ਾਹਿਤ ਕਰਨ ਲਈ पंजाब सरकार ਨੂੰ ਆਪ ਨਿਵੇਸ਼ ਕਰਨਾ ਚਾਹੀਦਾ, ਯਾਨੀ ਗਵਰਨਮੈਂਟ ਆਧਾਰਿਤ ਪ੍ਰੋਜੈਕਟ ਸ਼ੁਰੂ ਹੋਣ। ਸੂਬੇ ਦੇ ਨਾਲ ਸੰਬੰਧਿਤ ਜਿਹੜੇ ਉਦਮੀ ਸਰਕਾਰ ਦੀ ਅਜਿਹੀ ਪਹਿਲ ਕਦਮੀ ਦਾ ਨਿਸ਼ਚੇ ਹੀ ਲੋਕ ਸਵਾਗਤ ਕਰਨਗੇ। ਸੰਬੰਧਿਤ ਜਿਹੜੇ ਉਦਮੀ ਨੇ ਉਹ ਸਰਕਾਰ ਦੀ ਪੇਸ਼ਕਦਮੀ ਦਾ ਸਵਾਗਤ ਕਰਨਗੇ ਜੇ ਸਰਕਾਰ ਆਪ ਕੋਈ ਆਪਣੇ ਤੌਰ ਤੇ ਕੋਈ ਇੰਡਸਟਰੀ ਲਾਉਂਦੀ ਆ। ਸੋ ਇਹ ਸੀ ਪੰਜਾਬ ਦੀ ਆਰਥਿਕਤਾ ਦੇ ਬਾਰੇ ਪ੍ਰੋਫੈਸਰ ਲਖਵਿੰਦਰ ਸਿੰਘ, ਪ੍ਰੋਫੈਸਰ ਸੁਖਵਿੰਦਰ ਸਿੰਘ ਤੇ ਪ੍ਰੋਫੈਸਰ ਕੇਸਰ ਸਿੰਘ ਭੰਗੂ ਦਾ ਇਹ ਖੋਜ ਭਰਪੂਰ ਆਰਟੀਕਲ। ਇਹਦੇ ਚੋਂ ਬੜਾ ਕੁਝ ਸਿੱਖਣ ਦਾ ਮੌਕਾ ਮਿਲਦਾ ਤੇ ਇਸ ਦੇ ਬਾਰੇ ਜਿਹੜੇ ਨੰਬਰ ਹੈ ਇਹਨਾਂ ਦੇ 98 887 55 642 ਇਹ ਨੰਬਰ ਹੈ ਪ੍ਰੋਫੈਸਰ ਲਖਵਿੰਦਰ ਸਿੰਘ ਹੋਰਾਂ ਦਾ ਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਹੋਰਾਂ ਦਾ ਨੰਬਰ ਹੈ ਉਹ ਨੋਟ ਕਰ ਲਓ 98 722 20571 98 722 20571 ਤੇ ਪ੍ਰੋਫੈਸਰ ਕੇਸਰ ਸਿੰਘ ਭੰਗੂ ਦਾ ਨੰਬਰ ਹੈ 98 154 27 127। ਇਹ ਸੀ ਪੰਜਾਬ ਦੇ ਪ੍ਰਵਾਸ ਦੀਆਂ ਅਸਲ ਜੜ੍ਹਾਂ ਕਿ ਕਿਹੜੀਆਂ ਮਜਬੂਰੀਆਂ ਦੇ ਵਿੱਚ ਇਹ ਸ਼ੁਰੂ ਹੋਇਆ, ਲੋਕ ਰਾਜੀ ਲੜਾਈ ਨੂੰ ਕਿਵੇਂ ਧਾਰਮਿਕ ਮੁੱਦਿਆਂ ਦੀ ਲੜਾਈ ਬਣਾਇਆ ਗਿਆ। ਇਹਦੇ ਕਾਰਨ ਸਾਨੂੰ ਪੜਚੋਲਣੇ ਹੋਣਗੇ, ਪਰ ਅਫਸੋਸ ਹੈ ਕਿ ਇਹ ਚੀਜ਼ 84 ਤੋਂ ਪਹਿਲਾਂ ਵਾਲੀ ਜਿਹੜੀ 70 ਤੋਂ 80 ਦੇ ਦਹਾਕੇ 'ਚ ਨਿਰੰਕਾਰੀ ਕਾਂਡ ਜਾਂ ਹੋਰ ਚੀਜ਼ਾਂ ਜੋ ਵਾਪਰੀਆਂ, ਧਾਰਮਿਕ ਸ਼ਖਸੀਅਤਾਂ ਦੀ ਆਮਦ ਵਧੀ ਜਿਨ੍ਹਾਂ ਨੇ ਖਾਲਸਾ ਰਾਜ ਦਾ ਰਾਗ ਅਲਾਪਿਆ, ਉਹੀ ਚੀਜ਼ਾਂ ਹੁਣ ਆ ਰਹੀਆਂ ਨੇ। ਉਹ ਭਾਵੇਂ ਵਾਰਸ ਪੰਜਾਬ ਦੇ ਰੂਪ 'ਚ ਆ ਰਹੀਆਂ ਨੇ ਜਾਂ ਹੋਰਾਂ ਦੇ ਰੂਪ 'ਚ ਆ ਰਹੀਆਂ ਨੇ। ਸੋ ਪੰਜਾਬ ਨੂੰ ਫਿਰ
ਉਸੇ ਖੱਡ ਵੱਲ ਨੂੰ ਸਿੱਟਿਆ ਜਾ ਰਿਹਾ। ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਇਹ ਜਿਹੜਾ ਚੌਥਾ ਘੱਲੂਘਾਰ ਆ ਨਾ, ਇਹਨੇ ਪੰਜਾਬ ਦਾ ਬਹੁਤ ਕਾਣ ਕਰਨਾ। ਜਿਵੇਂ ਲਗਾਤਾਰ ਦਰਬਾਰ ਸਾਹਿਬ ਦੇ ਵਿੱਚ ਤੀਜਾ ਧਮਾਕਾ ਹੋ ਜਾਣਾ, ਤੁਸੀਂ ਵੇਖੋ ਇਹ ਕਿਸ ਪਾਸੇ ਨੂੰ ਗੇਂਦ ਰੋੜੀ ਜਾ ਰਹੀ ਹੈ। ਇਸ ਤੇ ਸਾਨੂੰ ਗੌਰ ਕਰਨ ਦੀ ਜ਼ਰੂਰਤ ਹੈ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੀ 7:30 ਤੋਂ 9:30 ਤੁਸੀਂ ਟਿਵਾਣਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tivanaradio.com ਦੇ ਜ਼ਰੀਏ ਲਾਈਵ ਸੁਣ ਸਕਦੇ ਹੋ। ਆਪਣੀ ਵੈਬਸਾਈਟ tivanaradio.com ਤੇ ਪੰਜਾਬੀ 'ਚ ਖਬਰਾਂ ਪੜ੍ਹੋ। ਇੱਥੇ ਆਪਣੇ ਰੇਡੀਓ ਸੁਣਨ ਵਾਸਤੇ ਆਈਫੋਨ ਤੇ ਐਂਡਰਾਇਡ ਐਪਸ ਨੇ, ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਤੇ ਆਪਾਂ ਲਾਈਵ ਹੁੰਦੇ ਹਾਂ। ਇਹਨਾਂ ਪ੍ਰੋਗਰਾਮਾਂ ਦੇ ਲਿੰਕ ਅਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ ਤੁਸੀਂ ਸੰਪਰਕ ਕਰਨਾ ਹੈ। ਆਪਣਾ ਪਟਿਆਲਾ ਸਟੂਡੀਓ ਦਾ ਮੇਰਾ ਸੰਪਰਕ ਨੰਬਰ ਵੀ ਹੈ 9876309655 987763095655 ਆਪਣਾ ਨੰਬਰ ਹੈ। ਸੋ ਇਹ ਆਰਟੀਕਲ ਚੰਗਾ ਲੱਗਾ ਤਾਂ ਇਹਨਾਂ ਵਿਦਵਾਨ ਪ੍ਰੋਫੈਸਰਾਂ ਨੂੰ ਵੀ ਜ਼ਰੂਰ ਆਪਣੇ ਵਿਚਾਰ ਦਿਓ ਜਾਂ ਇਸ ਪ੍ਰੋਗਰਾਮ ਨੂੰ ਅੱਗੇ ਵੀ ਸਾਂਝਾ ਕਰਿਓ। ਇਹ ਚੀਜ਼ਾਂ ਕਈ ਵਾਰੀ ਕਈ ਲੋਕਾਂ ਨੂੰ ਬੋਰ ਕਰਦੀਆਂ ਨੇ ਜਾਂ ਸਮਝ ਨਹੀਂ ਆਉਂਦੀਆਂ, ਪਰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਮਸਲੇ ਨੂੰ ਸਮਝਣ ਦੀ, ਜੇ ਪੰਜਾਬ ਨੂੰ ਕਾਇਮ ਰੱਖਣਾ।